श्री वाहिगुरु जी। लगी तूर तन तूसर होए, अंबल अंबा अंग धोए। मल कर मुख मज्जन करवायो, पौष शरीर अंक बैसायो। वाहिगुरु जी का परम सत्कारयोग दीना बंधु भगत वत्सल, गरीबां नूं, निमाणिਆਂ ਨੂੰ, ਨਿਥਾਵਿਆਂ ਨੂੰ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਸ਼ਾਂਤੀ ਦੇ ਸਾਗਰ, ਸੁੱਖਾਂ ਦੇ ਖਜ਼ਾਨੇ, ਕਲਯੁਗ ਦੇ ਜਹਾਜ਼ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਸੰਧਿਆ ਦੇ ਦੀਵਾਨ ਦੀ ਆਰੰਭਤਾ ਹੋਈ ਹੈ। ਦੂਰੋਂ ਦਰੇਡਿਆਂ ਤੋਂ ਗੁਰੂ ਪਿਆਰ ਵਾਲੀਆਂ ਸੰਗਤਾਂ ਪਹੁੰਚੀਆਂ ਹਨ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੱਦਾ ਦਿੱਤਾ ਹੈ, ਆਖੋ ਸਤਿਨਾਮ। ਕਿਉਂਕਿ ਕਈ ਵਾਰੀ ਇੱਦਾਂ ਵੀ ਹੁੰਦਾ, ਕਹਿੰਦੇ ਸੱਦਾ ਹਾਂ ਪਿਆਰਿਓ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਸੱਦਾ ਨਹੀਂ ਦਿੰਦੇ, ਉਹ ਆ ਨਹੀਂ ਸਕਦਾ। ਕਈ ਵਾਰੀ ਆਪਣੇ ਗੁਆਂਢ ਦੇ ਵਿੱਚ ਵੀ ਪ੍ਰੋਗਰਾਮ ਹੋਵੇ ਅਤੇ ਆਪਾਂ ਗਏ ਨਹੀਂ, ਅਤੇ ਅਗਲਾ ਪ੍ਰੋਗਰਾਮ ਤੋਂ ਬਾਅਦ ਮਿਲਿਆ, ਕਹਿੰਦੇ ਸੱਜਣ ਜੀ, ਭਾਈ ਜੀ, ਪਿਆਰੇ, ਤੁਸੀਂ ਆਏ ਨਹੀਂ ਸਾਡੇ ਘਰ। ਅਤੇ ਆਪਾਂ ਮੁੱਖ ਵੱਟ ਕੇ ਕਿਹਾ, ਆਉਂਦੇ ਤੇ ਤਾਂ ਜੇ ਸੱਦਾ ਭੇਜਿਆ ਹੁੰਦਾ। ਕਿਹਾ ਤੇ ਇੱਦਾਂ ਜਿਵੇਂ ਸੱਦਾ ਘਲਾਇਆ, ਸੱਦਿਆ ਤੇ ਸਾਨੂੰ ਸੀ ਨਹੀਂ। ਅਤੇ ਉਹ ਫਿਰ ਕਹਿੰਦਾ, ਪਿਆਰਿਓ ਮਾਫੀ ਦੇ ਦੇਣੀ, ਭੁਲੇਖੇ 'ਚ ਰਹਿ ਗਏ ਵੀ ਦੂਰ ਵਾਲਿਆਂ ਨੂੰ ਕਹਿਤਾ, ਲਾਗੇ ਵਾਲਿਆਂ ਦਾ ਘਰ ਹੀ ਛੱਡਤਾ। ਇਹ ਗੱਲ ਸੱਚ ਹੈ ਕਿ ਸੱਦੇ ਤੋਂ ਬਿਨਾਂ ਤਾਂ ਗਵਾਂਢੀ ਵੀ ਨਹੀਂ ਆਉਂਦਾ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਸੱਦਾ ਭੇਜਿਆ। ਜਿਨ ਤੁਮ ਭੇਜੇ ਤਿਨੈ ਬੁਲਾਏ। ਭਾਵੇਂ ਅਰਥੇ ਦੇ ਹੋਰ ਨੇ, ਜਿੰਨੇ ਸਾਨੂੰ ਧਰਤੀ 'ਤੇ ਭੇਜਿਆ ਉਹਨੇ ਬੁਲਾਉਣਾ ਹੈ। ਇੱਥੇ ਵੀ ਜਿਹਨੇ ਆਪਾਂ ਨੂੰ ਭੇਜਿਆ ਉਹ ਹੀ ਆਪਣੇ ਕੋਲ ਬੁਲਾਉਂਦਾ ਹੈ ਅਤੇ ਆਪਣੇ ਚਰਨਾਂ ਦੇ ਨਾਲ ਲਾਉਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਸਾਰੇ ਆਪਾਂ ਬਣਦੇ ਹਾਂ। ਸੋ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ। 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 ਏਕ ਓੰਕਾਰ ਕਰਤਾ ਪੁਰਖ ਨਿਰਵੈਰ
ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਮਾਣ ਕਰੂੰ ਤੁਧਿਓ ਪਰੇ ਮਾਣ ਕਰੂੰ ਤੁਧਿਓ ਪਰੇ ਮਾਣ ਕਰੂੰ ਤੁਧਿਓ ਪਰੇ ਮਾਣ ਕਰੂੰ ਤੁਧਿਓ ਪਰੇ ਮੇਰੇ ਪ੍ਰੀਤਮ ਪਿਆਰੇ ਮੇਰੇ ਪ੍ਰੀਤਮ ਪਿਆਰੇ ਪ੍ਰੀਤਮ ਪਿਆਰੇ ਮੇਰੇ ਪ੍ਰੀਤਮ ਪਿਆਰੇ ਪ੍ਰੀਤਮ ਪਿਆਰੇ ਮੇਰੇ ਪ੍ਰੀਤਮ ਪਿਆਰੇ ਹਮ अपराधी साध भूलते हमें अपराधी साध भूलते अपराधी साध भूलते हम अपराधी साध भूलते हमें अपराधी साध भूलते हमें अपराधी साध भूलते अपराधी साध भूलते हम अपराधी साध भूलते तुम बख्शन हारे तुम बख्शन हारे मेरे प्रीतम प्यारे 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 देव सच्चे पातशाह माण करूं तुझे उपरे माण हुंदा है किसे ते भी इन्ने मैनू नहीं मोड़ना। तुम्हारे गुरबाणी दी मिठी धुनी विच कहंदे कि धन श्री गुरु ग्रंथ साहिब 10 गुरुआं दी जग दी जोत मैनू माण है कि मैं किसे ना किसे घरों तां खाली मोड़ आवांगा पर तेरे घरों खाली नहीं मुड़दा। मेरे प्रीतम प्यारे तू मेरा असली प्यारा है। बाकी जिंदगी च बड़े प्यारे आए जिन्ना चिर वरतते रहे उन्ना चिर प्यारे सां ते जदों वरतनों हट गए उदों नकारे हो गए। संसार दी खेड है ना भी जे अगला एक कदम ते आपां दो अगला दो आपां चार वध के वरतना पैंदा। इस करके महाराज पता नहीं किन्ने क प्यारे ज्यों जन्म होया मिले सी ਜਿਹੜੇ ਕਹਿੰਦੇ ਸੀ ਤੂੰ ਮੇਰਾ ਪਿਆਰਾ ਹੈ ਤੇਰੇ ਬਿਨਾਂ ਤਾਂ ਦਿਲ ਹੀ ਨਹੀਂ ਲੱਗਦਾ ਪਰ ਪਤਾ ਨਹੀਂ ਕਿੱਥੇ ਚਲੇ ਗਏ ਮੁੜ ਕੇ ਯਾਦਾਂ ਵੀ ਨਹੀਂ ਆਈਆਂ। ਆਖੋ ਸਤਨਾਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੱਲਾਂ ਵਾਲੇ ਹੈਣ ਕਨੇਰੇ
ਬਹੁਤ ਮਿਲੇ ਸੀ ਪਰ ਤੇਰੇ ਵਰਗਾ ਨਹੀਂ ਮਿਲਿਆ। ਇਸ ਕਰਕੇ ਮੈਂ ਮਾਣ ਕਰਦਾ ਏ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਕਹਿੰਦੇ ਪਾਤਸ਼ਾਹ ਕੋਈ ਸੱਜਣ ਨਾ ਵਰਤੇ ਤੇ ਗਲਤੀ ਹੋ ਜੇ ਤੇ ਟੁੱਟ ਜਾਂਦਾ, ਪਿਛਾਂ ਹੋ ਜਾਈਦਾ। ਕਈ ਵਾਰੀ ਇੱਦਾਂ ਦਾ ਟੁੱਟ ਜਾਈਦਾ ਭੈਣ ਭਰਾਵਾਂ ਨਾ, ਮੌਤ ਤੇ ਵੀ ਨਹੀਂ ਆਈਦਾ, ਭੋਗ ਤੇ ਵੀ ਨਹੀਂ ਆਈਦਾ। ਇੰਨੀ ਨਫ਼ਰਤ ਪੈਦਾ ਹੋ ਜਾਂਦੀ ਹੈ ਕਿਉਂਕਿ ਗੁੱਸਾ ਖਤਮ ਨਹੀਂ ਹੁੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮਾਣ ਹੈ, ਮੈਂ ਲੱਖਾਂ ਵੀ ਗਲਤੀਆਂ ਕਰ ਲਾਂ ਪਰ ਮੈਨੂੰ ਮਾਣ ਹੈ ਤੂੰ ਮੈਨੂੰ ਬਖਸ਼ ਲੇਂਗਾ, ਤੂੰ ਜ਼ਰੂਰ ਆ ਜਾਏਗਾ। ਇਹ ਗੱਲ ਮੈਂ ਵੇਖੀ ਹੈ ਕਿ ਕਈ ਵਾਰੀ ਮਾਂ ਪਿਓ ਕਾਲ ਚਲਾਣੇ ਕਰ ਜਾਣ ਤੇ ਬੱਚੇ ਕਈ ਨਹੀਂ ਆਉਂਦੇ। ਕਹਿੰਦੇ ਮੈਨੂੰ ਕੀ ਦਿੱਤਾ, ਸਾਰਾ ਕੁਝ ਤੇ ਨਿੱਕੇ ਨੂੰ ਦੇਤਾ। ਇੱਦਾਂ ਆਪਾਂ ਸਰੀਕੇ 'ਚ ਹੈ ਨਾ, ਤੇ ਮੈਂ ਕਿਉਂ ਜਾਵਾਂ, ਮਰ ਜਾਣ ਤੇ ਮਰ ਜਾਣ। ਪਰ ਇੰਨਾ ਜ਼ਰੂਰ ਵੇਖਿਆ ਕਿਤੇ ਵਕਤ ਦੀ ਤਰੀਕ ਬਦਲ ਜੇ ਕਿ ਮਾਂ ਪਿਓ ਤੋਂ ਪਹਿਲਾਂ ਬੱਚਾ ਚੱਲ ਜੇ। ਕਿੰਨਾ ਵੀ ਬੱਚੇ ਨੇ ਮਾਂ ਪਿਓ ਨੂੰ ਕੁੱਟਿਆ ਹੋਵੇ, ਧੱਕੇ ਮਾਰੇ ਹੋਣ, ਉਹ ਫੇਰ ਵੀ ਆ ਜਾਂਦੇ, ਕਿਉਂਕਿ ਉਹਨਾਂ ਦੀ ਅੰਦਰਲੀ ਅਵਸਥਾ ਹੈ ਨਾ, ਉਹ ਕੰਧਾਂ ਬੰਦ ਹੋਣ ਉੱਪਰ ਦੀ ਟੱਪ ਕੇ ਆ ਜਾਣਗੇ, ਕਿਉਂਕਿ ਲਹੂ ਦੀ ਮਾਰ ਹੈ। ਉਹ ਜ਼ਰੂਰ ਆਉਣਗੇ, ਕਿੰਨੀ ਵੀ ਮਾਂ ਨੂੰ ਨਫ਼ਰਤ ਹੋਵੇ, ਕੁਛ ਵੀ ਹੋਵੇ। ਸੋ ਇਸ ਕਰਕੇ ਗੁਰੂ ਕੀ ਹੈ ਸਾਡਾ, ਤੂੰ ਮੇਰਾ ਪਿਤਾ ਤੇ ਮੇਰੇ ਪਾਤਸ਼ਾਹ ਕਹਿੰਦੇ ਮੈਨੂੰ ਮਾਣ ਹੈ ਕਿ ਮੈਂ ਕਿੰਨੀ ਵੱਡੀ ਵੀ ਅਪਰਾਧ, ਗਲਤੀ ਹੋਰ ਚੀਜ਼ ਹੁੰਦੀ, ਗੁਨਾਹ ਹੋਰ ਚੀਜ਼ ਹੁੰਦਾ, ਅਪਰਾਧ ਹੋਰ ਚੀਜ਼ ਹੁੰਦੀ ਹੈ। ਅਪਰਾਧ ਬਹੁਤ ਵੱਡੀ ਚੀਜ਼ ਹੈ ਕਿ ਫਲਾਣੇ ਤੋਂ ਅਪਰਾਧ ਹੋ ਗਿਆ, ਨਾ ਬਖਸ਼ਣ ਯੋਗ। ਪਰ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੇਰੇ ਤੇ ਭਰੋਸਾ ਹੈ, ਤੂੰ ਤਾਂ ਗਨਕਾ ਵਰਗੇ ਬਖਸ਼ੇ, ਅਜਾਮਲ ਵਰਗੇ ਬਖਸ਼ ਤੇ, ਕੌਡੇ ਰਾਖਸ਼ ਵਰਗੇ ਬਖਸ਼ ਤੇ, ਜਿਨ੍ਹਾਂ ਤੈਨੂੰ ਪਿਆਰ ਦੇ ਨਾਲ ਜੀ ਆਇਆ ਆਖਿਆ। ਇਸ ਕਰਕੇ ਮੈਂ ਵੀ ਤੈਨੂੰ ਸਤਿਗੁਰੂ ਜੀ ਆਇਆ ਕਹਿੰਦਾ। ਸੋ ਆਪ ਸੰਗਤਾਂ ਰੋਜ਼ ਪ੍ਰੇਮ ਦੇ ਨਾਲ ਆਉਂਦੇ ਜੇ, ਮਾਣ ਹੁੰਦਾ ਹੈ ਸਤਿਗੁਰੂ ਤੇਰੇ ਘਰੋਂ ਜ਼ਰੂਰ ਸਾਡੀ ਝੋਲੀ ਭਰੇਗੀ ਇੱਕ ਦਿਨ। ਆਓ ਪਿਆਰਿਓ, ਧੰਨ ਮੇਰੇ ਗੁਰੂ ਨਾਨਕ ਸਾਹਿਬ ਦੇ ਬਾਲ ਵਰੇਸ ਦੀ ਵਿਚਾਰ ਕਥਾ ਚੱਲ ਰਹੀ ਹੈ, ਦਰਸ਼ਨ ਦਿਦਾਰੇ ਹੋ ਰਹੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰਤਾ ਕਰਕੇ, ਤਪੇ ਸੜੇ ਮਨ ਨੂੰ ਹੋੜ ਕੇ ਮੋੜ ਕੇ ਗੁਰੂ ਚਰਨਾਂ ਵੱਲ ਜੋੜ ਕੇ ਆਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਲਗੀ ਧੂਰ ਤਨ ਧੂਸਰ ਹੋਏ। ਤੋ ਕਵੀ ਜੀ ਕਹਿੰਦੇ ਹਨ ਕਿ ਮੇਰੇ ਬਾਬਾ ਨਾਨਕ ਜੀ ਜਦੋਂ ਮਿੱਟੀ ਦੇ ਵਿੱਚ ਖੇਡਦੇ ਸਨ, ਆਖੋ ਸਤਿਨਾਮ ਵਾਹਿਗੁਰੂ, ਅਸਲ ਵਿੱਚ ਬੜੇ ਪੈਗੰਬਰ ਆਏ ਪਰ ਧਰਤੀ ਤੇ ਖੇਡੇ ਜ਼ਰੂਰ, ਪਰ ਧਰਤੀ ਨੂੰ ਆਪਣੀ ਬਾਣੀ 'ਚ ਮਾਂ ਕਹਿਣ ਵਾਲਾ ਬਾਬਾ ਨਾਨਕ ਹੈ, ਜਿਨ੍ਹਾਂ ਦਾ ਸ਼ਲੋਕ ਕਹਿੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਹੁਣ ਪਵਨ ਕੀ ਹੈ, ਸਵਾਸ, ਸਾਹ ਆਉਂਦਾ ਇਹ ਹਵਾ ਹੀ ਹੈ, ਤੇ ਜੇ ਨਾ ਆਵੇ ਖਤਮ ਹੈ। ਮਹਾਰਾਜ ਨੇ ਕਿਹਾ ਪਵਨ ਗੁਰੂ, ਜਿੱਦਾਂ ਪਵਨ ਤੋਂ ਬਿਨਾਂ ਮੌਤ ਹੈ, ਤੇ ਜਿਹੜੀਆਂ ਸੰਗਤਾਂ ਜੇ ਗੁਰੂ ਵਾਲੀਆਂ ਨਹੀਂ ਬਣੀਆਂ ਉਹ ਵੀ ਮਰੀਆਂ ਹੀ ਆ, ਮਾਫੀ ਦੇ ਦੇਣੀ, ਕਿਉਂਕਿ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਗੁਰ ਹੋਣਾ ਚਾਹੀਦਾ ਕੋਲੇ। ਕਿਸੇ ਕੁੱਤੇ ਦੇ ਗਲ 'ਚ ਪਟਾ ਹੋਵੇ ਨਾ ਤੇ ਉਹਨੂੰ ਕੋਈ ਰੋੜਾ ਨਹੀਂ ਮਾਰਦਾ, ਨਾ ਡੰਡਾ ਹੀ ਮਾਰਦਾ, ਕਹਿੰਦੇ ਕਿਸੇ ਦਾ ਰੱਖਿਆ ਭੁਲੇਖੇ ਨਾ ਆ ਗਿਆ। ਤੇ ਜਿਹੜੇ ਅਵਾਰਾ ਹੋਣ ਉਹਨਾਂ ਦੇ ਅੱਧੇ ਸਿਰ ਗਲੇ ਹੁੰਦੇ ਕੀੜਿਆਂ ਨਾਲ, ਬਾਜ਼ਾਰਾਂ 'ਚ ਕੋਈ ਉਹਨਾਂ ਨੂੰ ਫੜ ਕੇ ਦਵਾਈ ਨਹੀਂ ਜੇ ਲਾਉਂਦਾ। ਆਪਾਂ ਵੇਖੀਦਾ ਤੇ ਘਰ ਦਾ ਰੱਖਿਆ ਹੋਵੇ ਕੁੱਤਾ, ਉਹਨੂੰ ਕਿਤੇ ਮਾੜਾ ਜਿਹਾ ਬੁਖਾਰ ਹੀ ਹੋ ਜੇ ਤੇ ਇੰਨਾ ਬੰਦੇ ਨੂੰ ਨਹੀਂ ਲੋਕੀ ਕੁੱਤਿਆਂ ਨੂੰ ਹਸਪਤਾਲ 'ਚ ਐਡਮਿਟ ਕਰਾਈ ਫਿਰਦੇ। ਉਹਦਾ ਕਾਰਨ ਕੀ, ਉਹਨਾਂ ਦੇ ਕੋਲ ਗੁਰ ਹੈ। ਇੱਕ ਪਸ਼ੂ ਵਾਰਾ ਹੈ, ਵਿਚਾਰੇ ਦੀ ਲੱਤ ਟੁੱਟੀ ਹੈ, ਉੱਤੋਂ ਲਹੂ ਦੇ ਤੁਣਕੇ ਡਿੱਗ ਰਿਹਾ, ਪਿੰਡੇ ਦੇ ਵਿੱਚ ਕੀੜੇ ਮੋਹਰੀ ਲੱਗੀ ਹੈ, ਵਿਚਾਰਾ ਕਦੇ ਕਿਤੇ ਨਾਲੀ 'ਚ ਪਾਣੀ ਪੀਂਦਾ, ਕਦੇ ਕਿਤੇ। ਇਹ ਐਗਜ਼ੈਂਪਲ ਹੈ ਤੁਹਾਡੇ ਆਪਣੇ ਲਈ ਸਾਰਿਆਂ ਲਈ ਵੀ ਆ ਜਿਹੜਾ ਤੁਸੀਂ ਬਹਿੰਦੇ ਆ ਨਾ, ਪੋਥੀ ਸਾਹਿਬ ਪੜ੍ਹਦੇ ਆ, ਮੱਥਾ ਟੇਕਦੇ, ਗੁਰੂ ਲੱਭਦਾ ਨਹੀਂ ਜੇ ਕਰਮਾਂ ਵਾਲਿਓ। ਅੱਜ ਕਈ ਕਹਿ ਦੇਣਗੇ ਕੀ ਕਰਨਾ ਬਾਣੀ ਪੜ੍ਹ ਕੇ, ਕੀ ਗੁਰਦੁਆਰੇ ਘਰੇ ਬਹੁ ਆਨੰਦ ਨਾ ਮਾਰੇ। ਕਹਿੰਦੇ ਅੱਜ ਬਹਿ ਜਾ, ਮੁੜ ਕੇ ਤੇਰੀ ਬਾਤ ਨਹੀਂ ਕਿਸੇ ਪੁੱਛਣੀ।
ਇਹ ਹੁਣ ਸੱਚ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਬੜੀ ਮਹਿੰਗੀ ਅਰਥ ਨੇ। ਮੈਂ ਕੀ ਕਰ ਸਕਦਾ, ਬੱਚਾ ਏ ਕਹਿੰਦੇ ਜਿੱਦਾਂ ਫਿਰ ਵਾਰਾ ਪਸ਼ੂ ਹੁੰਦਾ ਏ, ਉਹਨੂੰ ਕੋਈ ਨਹੀਂ ਸਾਂਭਦਾ। ਉਹ ਵਿਚਾਰੇ ਤੋਂ ਹੁਣ ਵੇਖੋ ਇੱਕ ਚੀਜ਼ ਮਹਿਸੂਸ ਕਰਿਓ ਵੀ ਆ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨਕ ਡੇਹਰੀਆ। ਹੁਣ ਆਪਣਾ ਹੱਥ ਹੈ ਤੇ ਆਪਣੇ ਸਿਰ ਦਰਦ ਹੋਵੇ ਤੇ ਆਪਾਂ ਇਦਾਂ ਨੱਪ ਲੈਂਦੇ ਹਾਂ, ਕਿਤੇ ਖਾਰਸ਼ ਹੋਵੇ ਇਦਾਂ ਕਰ ਲੈਂਦੇ। ਪਸ਼ੂ ਵਿਚਾਰੇ ਦੇ ਕਿਤੇ ਦਰਦ ਹੋਵੇ ਉਹਨੂੰ ਕੀ ਕਰੇਗਾ? ਜਿੱਥੇ ਉਹਦੀ ਪੂਛਲ ਪਹੁੰਚਦੀ ਉਹ ਪਹੁੰਚਾਵੇਗਾ, ਜਾਂ ਆਪਣਾ ਮੂੰਹ ਪਹੁੰਚਦਾ ਪਹੁੰਚਾਵੇਗਾ। ਹੁਣ ਕਈਆਂ ਦੀਆਂ ਪੂਛਲਾਂ ਹੀ ਕੱਟੀਆਂ ਜਾਂਦੀਆਂ ਤੇ ਉਹਨਾਂ ਨੂੰ ਕਿੰਨਾ ਦਰਦ ਹੁੰਦਾ ਉਹ, ਪਰ ਉਹ ਵਿਚਾਰੇ ਉਹਦੇ ਉੱਤੇ ਇੱਦਾਂ ਸਕੂਨ ਨਹੀਂ ਲੈ ਸਕਦੇ। ਤੇ ਕਿਤੇ ਆਪਾਂ ਮੰਨ ਲਓ ਆਪਣੇ ਹੱਥ ਹੀ ਕੋਈ ਫੜ ਲਏ ਤੇ ਆਪਣੇ ਮਾਸ ਤੇ ਕੀੜੀ ਤੁਰੀ ਜਾਵੇ ਤੇ ਕਿੰਨਾ ਪਰੇਸ਼ਾਨ ਕਰ ਦਿੰਦੀ, ਕਿਉਂਕਿ ਆਪਾਂ ਆਖੀਦਾ ਹੱਥ ਛੱਡ ਮੈਂ ਇਹਨੂੰ ਉਡਾਵਾਂ। ਤੋ ਇਸ ਕਰਕੇ ਆ ਜਿਹੜਾ ਚੌਂਕੜਾ ਮਾਰ ਕੇ ਆਪਾਂ ਮਹਾਰਾਜ ਦੀ ਵਿਚਾਰ ਸੁਣਦੇ ਆ। ਇੱਕ ਵਾਰੀ ਆਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ। ਤੋ ਕਹਿੰਦੇ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਪਸ਼ੂ ਕਿਸੇ ਰੱਖਿਆ ਹੋਵੇ ਉਹਨੂੰ ਕੋਈ ਦੁੱਖ ਆਵੇ ਤੇ ਡਾਕਟਰ ਬੁਲਾਇਆ ਜਾਂਦਾ, ਉੱਤੇ ਪੱਖਾ ਲਾਇਆ ਜਾਂਦਾ। ਹਾਂਜੀ, ਇਸ ਕਰਕੇ ਉਹਨਾਂ ਕੋਲ ਗੁਰ ਹੈ। ਮਹਾਰਾਜ ਕਹਿੰਦੇ ਜੇ ਤੁਹਾਡੇ ਕੋਲ ਵੀ ਗੁਰ ਹੋਊਗਾ ਤੇ ਰੇ ਦਰਗਹਿ ਕਹੇ ਨਾ ਕੋ ਆਓ ਬੈਠ। ਜਿਹਦਾ ਕੋਈ ਆਪਣਾ ਹੋਵੇ ਦਫ਼ਤਰ ਦੇ ਵਿੱਚ ਲੱਗਾ ਨਾ, ਕਚਹਿਰੀ ਚਲ ਜਾਓ ਤੇ ਆਪਾਂ ਨੂੰ ਮਾਣ ਹੁੰਦਾ ਯਾਰ ਆਪਣਾ ਬੱਚਾ ਉੱਥੇ ਲੱਗਾ ਵਾ, ਆਪਾਂ ਜਾ ਕੇ ਉਹਨਾਂ ਨੂੰ ਫਾਈਲ ਫੜਾ ਕੇ ਆ ਜਾਣਾ। ਤੇ ਫਿਰ ਆਪਾਂ ਜਾਵਾਂਗੇ ਤੇ ਉਹ ਦਫ਼ਤਰ ਵਿੱਚ ਬੱਚਾ ਹੋਊਗਾ, ਉਹ ਕਹੇਗਾ ਤੁਸੀਂ ਪਾਣੀ ਪੀਓਗੇ ਕਿ ਕੋਲਡ ਡਰਿੰਕ? ਪਿਆਰ ਕਰੂਗਾ ਨਾ, ਆਪਣਾ ਵਾ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤੇ ਸੰਗਤ ਵਿੱਚ ਆਇਆ ਕਰੇਗਾ, ਕੋਈ ਸੇਵਾ ਸਿਮਰਨ ਕੋਈ ਦਾਨ ਪੁੰਨ ਕਰੇਗਾ ਤੇ ਜਿੱਦਣ ਅੱਖਾਂ ਮੀਟੀਆਂ ਤੈਨੂੰ ਕੋਈ ਆਪਣਾ ਮਿਲੂ ਦਰਗਾਹ 'ਚ, ਨਹੀਂ ਤੇ ਉੱਥੇ ਕੋਈ ਨਹੀਂ ਆਪਣਾ। ਏਅਰਪੋਰਟ 'ਤੇ ਆਪਾਂ ਬਾਹਰ ਜਾਂਦੇ, ਆਪਣਾ ਨਾ ਹੋਵੇ, ਕੋਈ ਪਾਣੀ ਨਹੀਂ ਪਿਆਉਂਦਾ, ਸਾਹਮਣੇ ਬੰਦਾ ਡਿੱਗਾ ਰਿਹਾ ਹੋਵੇ ਤੇ ਆਪਣੇ ਹੋਵੇ ਤੇ ਜਾਨ ਨਿਕਲ ਜਾਂਦੀ, ਭੱਜ ਕੇ ਆਖੀਦਾ ਕੋਈ ਰੌਲਾ ਪਾਈਦਾ, ਕਿਉਂਕਿ ਆਪਣਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਕਹਿੰਦੇ ਅੱਜ ਲੋਕਾਂ ਦੀ ਹਾਲਤ ਕਿੱਦਾਂ ਦੀ ਹੈ ਕਿ ਘਰ ਮੇਰਾ, ਜ਼ਮੀਨ ਮੇਰੀ, ਆ ਮੇਰੀ ਮਾਸੀ, ਆ ਮੇਰਾ ਮਾਮਾ, ਆ ਮੇਰਾ ਪਾਪਾ, ਆ ਮੇਰੀ ਮੰਮਾ, ਤੇ ਮਹਾਰਾਜ ਕਹਿੰਦੇ ਮੈਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਕਿਹਦਾ? ਕਹਿੰਦੇ ਇਹ ਬਾਬਿਆਂ ਦਾ। ਆਖੋ ਸਤਿਨਾਮ। ਇਹ ਗੁਰਦੁਆਰੇ ਛੱਡ ਆਓ, ਬਾਬੇ ਭਾਈ ਆ ਗਏ ਲੈ ਆਓ, ਹੈ ਨਾ। ਅਸੀਂ ਤਾਂ ਕੰਮ ਕਰਾਉਣਾ ਸੀ, ਕਰਾ ਲਿਆ। ਮਹਾਰਾਜ ਕਹਿੰਦੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਸਾਰਿਆਂ ਨੂੰ ਆਪਣੇ ਕਹਿੰਦਾ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਆਪਣਾ ਬਣਾ ਲਾ। ਤੇ ਜਿੱਦਣ ਆਪਣਾ ਬਣੂਗਾ ਤੇ ਸਭ ਤੋਂ ਪਹਿਲੀ ਨਿਸ਼ਾਨੀ ਜਦੋਂ ਕੋਈ ਆਪਣਾ ਬਣ ਜੇ ਤੇ ਉਹਦੇ ਨਾਲ ਪਿਆਰ ਪੈਂਦਾ। ਜਦੋਂ ਉਹਦੇ ਨਾਲ ਪਿਆਰ ਪੈ ਜੇ ਫਿਰ ਉਹਦੇ ਕੋਲ ਆਉਣੀ ਜਾਣੀ ਸ਼ੁਰੂ ਹੋ ਜਾਂਦੀ ਹੈ ਨਾ। ਇੱਦਾਂ ਹੀ ਪਿਆਰ ਕਈਆਂ ਨਾਲ ਮੇਰੇ ਦੱਸਦਾ ਵੀ ਪਿਆ, ਮੈਂ ਕਿਹੜਾ ਜਾਣਦਾ ਕੋਈ ਲਹੂ ਦਾ ਰਿਸ਼ਤਾ। ਇਹ ਪਹਿਲਾਂ ਮੁਹੱਬਤ, ਫਿਰ ਪਿਆਰ, ਫਿਰ ਆਉਣੀ ਜਾਣੀ। ਫਿਰ ਇੰਨਾ ਕੁ ਮੁਹੱਬਤ ਵੀ ਕਈ ਵਾਰੀ ਆਪੇ ਫਰਿੱਜ ਖੋਲ੍ਹ ਕੇ ਘਰ ਦੇ ਕਹਿੰਦੇ ਜੋ ਮਰਜ਼ੀ ਛਕ ਲਓ। ਇੱਕ ਮੁਹੱਬਤ ਹੈ ਨਾ, ਆਪੇ ਖੋਲ੍ਹ ਕੇ ਛਕ ਲਈਦਾ, ਮੁਹੱਬਤ ਹੀ ਇੰਨੀ ਪੈ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਤੇ ਜਦੋਂ ਗੁਰੂ ਸਾਹਿਬ ਆਪਣੇ ਲੱਗਣ ਲੱਗ ਪੈਣ ਫਿਰ ਤੁਸੀਂ ਸਵੇਰੇ ਵੀ ਆਉਣ ਲੱਗ ਪੈਣਾ, ਸ਼ਾਮਾਂ ਨੂੰ ਵੀ ਆਉਣ ਲੱਗ ਪੈਣਾ। ਕਈ ਵਾਰੀ ਹੋ ਸਕਦਾ ਕਿਤੇ ਸੌਦਾ ਲੈਣ ਆਏ ਦੁਪਹਿਰੇ ਵੀ ਆ ਜਾਣਾ। ਆਪਣਾ ਹੈ ਨਾ, ਆਪਣੇ ਕੋਲ ਆਇਆ ਜਾਂਦਾ। ਜਦੋਂ ਆਪਣਾ ਹੀ ਨਹੀਂ ਉਦੋਂ ਘਰੇ ਵੀ ਆਏ ਹੁਣ ਗੁਰੂ ਗ੍ਰੰਥ ਸਾਹਿਬ ਤੇ ਅੰਦਰ ਨਹੀਂ ਮੱਥਾ ਟੇਕਣ ਜਾਇਆ ਜਾਂਦਾ। ਵਿਹੜੇ 'ਚ ਤੁਰੇ ਫਿਰੀਦਾ ਪਰ ਅੰਦਰ ਨਹੀਂ ਬਹਿ ਹੁੰਦਾ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਪਵਨ ਗੁਰੂ ਪਾਣੀ ਪਿਤਾ। ਪਵਨ ਗੁਰੂ ਹੈ, ਪਵਨ ਤੋਂ ਬਿਨਾਂ ਮੌਤ ਹੋ ਜਾਂਦੀ, ਸਾਹ ਨਾ ਆਵੇ ਤੇ ਦਮ ਘੁੱਟ ਜਾਂਦਾ ਹੈ। ਕਹਿੰਦੇ ਜਿਨ੍ਹਾਂ ਕੋਲ ਗੁਰ ਨਹੀਂ ਹੈਗਾ ਉਹਨਾਂ ਦੇ ਕੋਲ ਵੀ ਜ਼ਿੰਦਗੀ ਨਹੀਂ ਹੈਗੀ। ਫਿਰ ਕਹਿੰਦੇ ਪਾਣੀ ਪਿਤਾ, ਪਿਓ ਹੈ ਪਾਣੀ ਸਾਡਾ, ਪਾਣੀ ਤੋਂ ਬਿਨਾਂ ਨਹੀਂ ਕੁਛ ਵੀ ਹੈ। ਤੋ ਫਿਰ ਕਹਿੰਦੇ ਮਾਤਾ ਧਰਤ ਮਹਤ। ਉਸ ਮਾਂ ਦੀ ਗੋਦੀ, ਇੱਕ ਮਾਤਾ ਤ੍ਰਿਵਤਾ ਦੀ ਗੋਦੀ। ਆਖੋ ਵਾਹਿਗੁਰੂ। ਹੁਣ ਜਦੋਂ ਉਸ ਮਾਂ ਥੱਕ ਜਾਂਦੀ ਹੈ ਤੇ ਫਿਰ ਧਰਤੀ ਤੇ ਬੱਚਾ ਤਾਰ ਦਈਦਾ ਵੀ ਖੇਡ ਲਓ, ਖੇਡ ਲਓ। ਤੋ ਇਸ ਕਰਕੇ ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਤਾ ਤ੍ਰਿਵਤਾ ਜੀ ਧਰਤੀ ਦੇ ਉੱਤੇ ਛੱਡ ਦਿੰਦੇ ਹੈ। ਉਹਨਾਂ ਨੂੰ ਲੱਗਾ ਖਰੇ ਮੈਨੂੰ ਕਹਿਤਾ ਖੇਡ ਲਓ। ਤੋ ਵਿਚਾਰ ਇੱਦਾਂ ਦੀ ਚੱਲ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਥੱਲੇ ਛੱਡ ਦਿੰਦੇ ਵੀ ਬੱਚਾ ਵਧੂ ਫੁੱਲੂਗਾ ਜੀ, ਖੇਡਣ ਦਿਓ। ਔਰ ਇਹ ਸੱਚ ਸੀ। ਪੁਰਾਣੇ ਬੱਚੇ ਜਿੰਨੇ ਮਿੱਟੀ 'ਚ ਖੇਡਦੇ ਸੀ ਨਾ, ਉਹਨਾਂ ਦੀਆਂ ਸਿਹਤਾਂ ਸੋਹਣੀਆਂ ਸੀ। ਅੱਜ ਮਿੱਟੀ ਕਿੱਥੇ ਲੱਭਦੀ ਹੈ? ਹੁਣ ਤਾਂ ਆਪਣੇ ਘਰਾਂ 'ਚ ਪੱਥਰ ਹੀ ਇੱਦਾਂ ਦਾ, ਸਫਾਈ ਇੰਨੀ ਜ਼ਿਆਦਾ ਹੈ। ਤੇ ਜਦੋਂ ਬੱਚੇ ਦੇ ਟੈਸਟ ਕਰਾਈ ਦੇ ਨਾ ਜਾ ਕੇ, ਤੇ ਸਭ ਤੋਂ ਮੇਨ ਪ੍ਰੋਬਲਮ ਕੀ ਆਉਂਦੀ? ਕਹਿੰਦੇ ਇਨਫੈਕਸ਼ਨ ਬਹੁਤ ਹੋ ਗਈ। ਇਹ ਕਿੱਥੋਂ ਆ ਗਈ? ਸਵਾਲ ਹੈ ਨਾ।
ਵੀ ਸਾਡੇ ਫਰਸ਼ ਤੇ 2 ਟਾਈਮ ਡਟੋਲ ਵੱਜਦਾ, ਰੂਮ ਫਰੈਸ਼ ਲੱਗੇ, ਮੱਖੀ ਨਹੀਂ ਬਹਿਣ ਦਈ, ਇਨਫੈਕਸ਼ਨ ਕਿੱਥੋਂ। ਤੇ ਜਿਹੜੇ 24 ਘੰਟੇ ਸਵਾਦ ਦੇ ਵਿੱਚ ਲੇਟਦੇ ਸੀ, ਗੋਹੇ 'ਚ ਮਾਵਾਂ ਨੇ ਪਾਥੀਆਂ ਪੱਤਣੀਆਂ, ਗੋਹੇ 'ਚ ਬੱਚਿਆਂ ਨੇ ਲਿਟਣਾ, ਉਹਨਾਂ ਨੂੰ ਤਾਂ ਕਦੇ ਇਨਫੈਕਸ਼ਨ ਆਈ ਨਹੀਂ ਸੀ, ਕਿਉਂਕਿ ਕੁਦਰਤ ਦਿਸੈ। ਕੁਦਰਤ ਨੂੰ ਲਵ ਕਰੋਗੇ ਤੇ ਬਹੁਤ ਤੱਤ ਮਿਲਨੇ ਐ। ਅੱਜ ਆਪਾਂ ਕੁਦਰਤ ਨੂੰ ਤੇ ਛੱਡਤਾ। ਜਿੱਦਾਂ ਇੱਕ ਬਜ਼ੁਰਗ ਮਾਈ ਨੇ ਬੜੀ ਵਧੀਆ ਬਚਨ ਕੀਤਾ, ਕਹਿੰਦੇ ਵੀ ਅੱਜ ਕਹਿੰਦੇ ਸਾਹ ਦੀ ਪ੍ਰੋਬਲਮ ਆ ਰਹੀ, ਕਹਿੰਦੀ ਪੁਰਾਣੇ ਬਜ਼ੁਰਗ ਕਹਿਣਾ ਨਿੰਮ ਥੱਲੇ ਬਹੋ, ਪਿੱਪਲ ਥੱਲੇ ਬਹੋ, ਬੋੜ ਥੱਲੇ, ਸਭ ਤੋਂ ਵੱਧ ਆਕਸੀਜਨ ਪਿੱਪਲ ਦੇ ਵਿੱਚ ਹੈ। ਤੇ ਕਹਿੰਦੇ ਹੁਣ ਕੋਠੀਆਂ ਦੇ ਰੂਮ ਤੇ ਅਗਾਂਹ ਕਰ ਅੰਦਰ ਬਣਾਏ ਤੇ ਸਾਹ ਤੁਹਾਨੂੰ ਕਿੱਥੋਂ ਆਉਣਾ? ਆਖੋ ਸਤਿਨਾਮ। ਕਿੰਨਾ ਕੁ ਸਾਹ ਹੋਣਾ ਹੈ, ਕਿਉਂਕਿ ਬੰਦ ਹੁੰਦਾ ਜਾ ਰਿਹਾ ਨਾ ਸਾਰਾ ਕੁਝ। ਆ ਬੰਦ ਕਰ ਦਿਓ 2 ਮਿੰਟ ਤੇ ਬੱਤੀ ਚੱਲ ਜੇ ਤੇ ਕਿੱਦਾਂ ਲੱਗਦਾ ਜਿਵੇਂ ਭੱਜ ਕੇ ਨਿਕਲ ਗਏ। ਕਾਰਨ ਸੀ ਕੋਈ। ਬਾਬੇ ਨਾਨਕ ਨੇ ਐਵੇਂ ਨਹੀਂ ਆਸਾ ਦੀ ਵਾਰ 'ਚ ਇੱਕ ਸ਼ਬਦ ਲਿਖਤਾ, ਅੰਗ ਇੱਕ ਦਾ ਮਾਰੇ, ਕਹਿੰਦੇ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਜਿੰਨਾ ਬੱਚੇ ਪਹਿਲੇ ਖੇਡਦੇ ਸੀ ਮਿੱਟੀ ਘੱਟੇ 'ਚ, ਕਿੰਨੀਆਂ ਪਿਆਰੀਆਂ ਖੇਡਾਂ, ਤੇ ਕਦੇ ਐਨਕ ਨਹੀਂ, ਕਦੇ ਸਿਰ ਨਹੀਂ ਦੁਖਿਆ, ਕਦੇ ਜੋੜ ਦਰਦ ਨਹੀਂ। ਮੈਂ ਹੁਣ ਇਹ ਨਾ ਸਮਝੋ ਕਿੱਧਰ ਨੂੰ ਤੁਰ ਪਏ ਆ। ਇਹ ਮੈਂ ਬਾਬਾ ਜੀ ਨਾਨਕ ਜੀ ਮਿੱਟੀ 'ਚ ਖੇਡ ਰਹੇ ਤੇ ਮੈਂ ਤਾਂ ਥੋੜ੍ਹਾ ਜਿਹਾ ਇੱਧਰ ਨੂੰ ਇਹ ਬਚਨ ਲਿਆ ਵੀ ਅੱਜ ਆਪਣੇ ਤੋਂ ਮਾਂ ਖੁੱਸ ਗਈ, ਦੁਨਿਆਵੀ ਮਾਂ ਵੀ ਖੁੱਸ ਗਈ, ਕਿਉਂਕਿ ਪੜ੍ਹਾਈ 'ਚ ਬੱਚਾ ਬੀਜੀ ਹੈ, ਮੁੜ ਕੇ ਬਾਹਰ ਜਾ ਕੇ ਮਾਂ ਲੱਭਣੀ। ਤੇ ਧਰਤੀ ਮਾਂ ਵੀ ਖੁੱਸ ਗਈ, ਕਿਉਂਕਿ ਧਰਤੀ ਨੂੰ ਤਾਂ ਜ਼ਹਿਰ ਕਰਤਾ, ਕੁਝ ਸਰਕਾਰਾਂ ਨੇ ਖ਼ਤਮ ਕਰਤੀ ਧਰਤੀ ਮਾਂ। ਇਸ ਧਰਤੀ ਨੂੰ ਵੀ ਛੱਡ ਗਏ ਤੇ ਮਾਂ ਨੂੰ ਵੀ ਛੱਡ ਗਏ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਵੀ ਜੀ ਕਹਿੰਦੇ ਇੱਕ ਮਾਂ ਤ੍ਰਿਵਤਾ ਦੀ ਗੋਦੀ 'ਚ ਖੇਡਦੇ ਹੈ। ਜਦੋਂ ਮਾਤਾ ਜੀ ਥੱਕ ਜਾਂਦੇ ਆ ਤੇ ਸਾਰੇ ਕਹਿੰਦੇ ਜੀ ਬੱਚੇ ਨੂੰ ਥੱਲੇ ਛੱਡੋ, ਇਹਦੇ ਅੰਗ ਵਧਣਗੇ, ਇਹਨੂੰ ਮਿੱਟੀ 'ਚ ਹੱਸਣ ਖੇਡਣ ਦਿਓ। ਸੱਚ ਜੀ, ਇੱਥੇ ਆਉਂਦੇ ਨਾ ਬੱਚੇ ਆ ਝੁੱਗੀਆਂ ਵਾਲਿਆਂ ਦੇ ਆ, ਉਹ 24 ਘੰਟੇ ਘੱਟੇ ਮਿੱਟੀ 'ਚ ਰਹਿੰਦੇ ਆ। ਅਤੇ ਮੈਂ ਜਦੋਂ ਵੀ ਹਸਪਤਾਲ ਜਾਂ ਮੈਡੀਕਲ 'ਤੇ ਜਾਵਾਂ ਤਾਂ ਸਭ ਤੋਂ ਵੱਧ ਉੱਥੇ ਉਹ ਬੀਬੀਆਂ ਬੈਠੀਆਂ ਹੁੰਦੀਆਂ ਜਿਹੜੇ ਰਿਚ ਫੈਮਿਲੀ ਨੂੰ ਬਿਲੋਂਗ ਕਰਦੇ ਆ, ਕਰੋੜਾਂਪਤੀ ਲੋਕ ਬਿਮਾਰ ਬੱਚੇ ਲੈ ਕੇ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਕੁਦਰਤ ਖੁੱਸ ਗਈ। ਇਹ ਤਾਂ ਵੇਖੋ ਧੁੱਪੇ ਤੁਰੇ ਫਿਰਦੇ ਕੁਝ ਕਿਸ ਤਰ੍ਹਾਂ ਭਲਵਾਨਾਂ ਵਰਗੇ ਕਿ ਨਹੀਂ ਹੈ, ਖੁਸ਼ ਹੁੰਦੇ। ਇੱਕ ਦਿਨ ਬਿਲਕੁਲ ਨਿੱਕਾ ਜਿਹਾ ਬੱਚਾ ਤੇ ਉਹ 2-3 ਵਾਰੀ ਪ੍ਰਸ਼ਾਦ ਲਵੇ ਤਾਂ ਖੁਸ਼ ਕਰ ਦਿੰਦੇ ਹੈ। ਇਹ ਕੁਦਰਤ ਗਵਾਤੀ, ਆਪਾਂ ਮਾਫ ਕਰਿਓ। ਜਿੰਨਾ ਆਪਣੇ ਆਪ ਨੂੰ ਸਾਫ਼ ਰੱਖੋਗੇ, ਜਿੰਨਾ ਆਪਣੇ ਆਪ ਨੂੰ ਇੱਦਾਂ, ਕਈ ਕੱਪੜੇ ਫੇਰੀ ਜਾਂਦੇ 25-24 ਮਿੰਟੀ ਮੂੰਹ 'ਤੇ ਵੀ ਕਿਤੇ ਰੰਗ ਗੋਰਾ ਰਹੇ। ਉਹ ਕਹਿੰਦੇ ਕਿਤੇ ਇਹਨੂੰ ਸੇਵਾ 'ਚ ਲਾ ਲਾ, ਟੋਕਰੀਆਂ ਸੁੱਟਿਆ ਕਰ, ਮਿੱਟੀ ਨਾ ਗੜੋਚ ਹੋ ਜਾ ਕਰ, ਕਿਤੇ ਸਵਾਹ ਨਾ ਭਾਂਡੇ ਮਾਂਜਿਆ ਕਰ, ਬਖਸ਼ਿਸ਼ਾਂ ਮਿਲਣਗੀਆਂ। ਅੱਜ ਆਪਾਂ ਸਾਰੇ ਜਾਣੇ ਸੋਹਣੇ ਬਣਦੇ ਬਾਹਰੋਂ ਤਾਂ ਸੋਹਣੇ, ਅੰਦਰ ਗਲ ਗਿਆ ਜੇ। ਆਖੋ ਵਾਹਿਗੁਰੂ। ਸੱਚ ਜੇ ਕਿ ਝੂਠ ਹੈ? ਸੱਚ ਹੈ ਨਾ। ਜੇ ਸੱਚ ਹੈ ਤੇ ਉੱਚੀ ਸਾਰੀ ਆਖੋ ਸਤਿਨਾਮ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਧਰਤੀ ਦੀ ਗੋਦ ਦੇ ਵਿੱਚ ਖੇਡਣਾ ਕਰਦੇ ਹਨ। ਕਹਿੰਦੇ ਫਿਰ ਮਹਾਰਾਜ ਸਾਹਿਬ ਇੰਨਾ ਕਿ ਧਰਤੀ ਦੇ ਵਿੱਚ ਲੇਟਦੇ ਖੇਡਦੇ ਆ ਕਿ ਸਾਰੇ ਅੰਗ, ਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਿੱਟੀ ਨਾਲ ਐਨ ਗੜੂਚ ਹੋ ਜਾਂਦੇ ਹੈ, ਸਾਰਾ ਚਿਹਰਾ, ਲੱਤਾਂ, ਬਾਹਾਂ। ਤੇ ਫਿਰ ਮੇਰੀ ਮਾਤਾ ਤ੍ਰਿਵਤਾ ਜੀ ਉਸ ਪਿਆਰੇ ਨੂੰ ਚੁੱਕ ਲੈਂਦੇ ਨੇ ਤੇ ਚੁੱਕ ਕੇ ਫਿਰ ਸੋਹਣੇ ਜਿਹੇ ਭਾਂਡੇ ਦੇ ਵਿੱਚ ਬਿਠਾ ਕਰਕੇ, ਮੈਂ ਕਹਿੰਦਾ ਕਿੰਨੀ ਭਗਤੀ ਸੰਗਤੇ। ਰੱਬ ਦਾ ਇਸ਼ਨਾਨ ਕਰਾਉਣਾ ਹੈ ਨਾ, ਰੱਬ ਦੇ ਨਾਲ ਖੇਡਣਾ ਬੰਦਗੀ ਦੀਆਂ ਖੇਡਾਂ ਨੇ। ਇਸ ਕਰਕੇ ਕਵੀ ਜੀ ਕਹਿੰਦੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਗਾਂ ਨੂੰ, ਜਿਨ੍ਹਾਂ ਨੂੰ ਤਰਸਦੀ ਦੁਨੀਆ, ਮਾਤਾ ਤ੍ਰਿਵਤਾ ਜੀ ਉਹਨਾਂ ਅੰਗਾਂ ਨੂੰ ਮਲ ਕੇ ਨਵਾਉਣਾ ਕਰਦੇ ਹਨ। ਹਾਂ ਦਰਸ਼ਨ ਕਰੀ ਜਾਇਓ ਸੰਗਤੇ ਕਰਮਾਂ ਵਾਲਿਓ, ਪਤਾ ਕੋਈ ਨਹੀਂ ਸਾਵਾਂ ਦਾ। ਤੋ ਕਹਿੰਦੇ ਫਿਰ ਕਿਤੇ ਮਹਾਰਾਜ ਦੇ ਮੁੱਖ 'ਤੇ ਸਾਬਣ ਲਾ ਕੇ ਕਿੰਨਾ ਸਾਰਾ ਦਰਸ਼ਨ ਕਰਿਓ। ਦਰਸ਼ਨ ਭਾਵਨਾ ਨਾ ਹੋਣੇ ਹੈ, ਪਿਆਰ ਨਾ ਹੋਣੇ ਹੈ, ਕਿਉਂਕਿ ਜਿੰਨਾ ਹੀ ਸੀਮੈਂਟ ਵਧੀਆ ਹੋਊਗਾ ਨਾ, ਜਿੰਨਾ ਇੱਟਾਂ ਤਾਰ ਹੋਣਗੀਆਂ ਤੇ ਉਨੀ ਮਜ਼ਬੂਤੀ ਹੁੰਦੀ ਆ। ਤੇ ਜੇ ਇੱਟਾਂ ਸੁੱਕੀਆਂ ਤੇ ਸੀਮੈਂਟ 'ਚ ਰੇਤਾ ਹੋਵੇ ਤੇ ਕੰਧ ਡਿੱਗ ਪੈਂਦੀ ਨਾ। ਇਹ ਰਸ ਕਥਾ ਦਾ ਉਹਨਾਂ ਨੂੰ ਆਉਣਾ, ਜਿੰਨਾ ਤੁਹਾਡੇ 'ਚ ਸਿਮਰਨ ਹੋਊ, ਜਿੰਨੀ ਬੰਦਗੀ ਹੋਊ, ਜਿੰਨਾ ਅੰਦਰ ਟਿਕਿਆ ਹੋਊ, ਓਨਾ ਹੀ ਰਸ ਆਈ ਜਾਣਾ। ਇਹ ਬਖਸ਼ਿਸ਼ ਹੈ ਮਹਾਰਾਜ ਜੀ ਦੀ ਕਥਾ ਦੀ। ਸੋ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਚਿਹਰੇ 'ਤੇ ਸਾਬਣ ਲਾ ਦਿੰਦੇ, ਸਾਬਣ ਲਾ ਕੇ ਮਾਤਾ ਜੀ 2-4 ਮਿੰਟ ਉੱਦਾਂ ਹੀ ਰਹਿਣ ਦਿੰਦੇ, ਬੜੇ ਖੁਸ਼ ਹੁੰਦੇ। ਤੇ ਫਿਰ ਆਪਣੇ ਹੱਥ ਦੇ ਨਾਲ ਸਤਿਗੁਰੂ ਦਾ ਚਿਹਰਾ ਧੋ ਦਿੰਦੇ ਹਨ। ਸਰੀਰ ਅੰਕ ਬਸਾਇਓ। ਪਤਾ ਨਹੀਂ ਕਿੰਨਾ ਕੁ ਪਿਆਰ ਹੈ ਸਾਧ ਸੰਗਤ। ਇਹ ਕਥਾ ਕੁਝ ਸਿਖਾ ਰਹੀ ਹੈ ਆਪਾਂ ਨੂੰ। ਪੁੱਛੋ ਕੀ?
ਜਿਹੜੇ ਬੱਚੇ ਅੱਜ ਕਥਾ 'ਚ ਬੈਠੇ ਹੁੰਦੇ ਨਾ, ਜਿਹੜੇ ਵੱਡੇ ਹੋ ਕੇ ਭੁੱਲ ਹੀ ਜਾਂਦੇ ਐ, ਮਾਫ ਕਰੇ, ਆਪਾਂ ਕਹਿ ਦਈਦਾ ਏ ਕਿ ਮੈਂ ਬਹੁਤ ਪਰੇਸ਼ਾਨ ਹੈ, ਮੇਰਾ ਮਾਂ ਪਿਓ ਮਰ ਜੇ। ਕਈ ਵਾਰੀ ਘਰਾਂ 'ਚ ਕਲੇ ਪੈ ਜਾਣ ਨਾ, ਦੁਬਿਧਾ ਪੈ ਜੇ, ਕਿਉਂਕਿ ਜਿਹੜੇ ਗ੍ਰਸਤੀ ਹੈ ਨਾ, ਮੈਂ ਵੀ ਗ੍ਰਸਤੀ ਹਾਂ, ਬੜੀਆਂ ਪ੍ਰੋਬਲਮਾਂ ਹੁੰਦੀਆਂ। ਲੋਕੀ ਕਹਿ ਦਿੰਦੇ ਲੈ ਤੁਸੀਂ ਉਪਦੇਸ਼ ਦਿੰਦੇ ਐ, ਆਪ ਤੁਸੀਂ ਸੇਵਾ ਨਹੀਂ ਕਰਦੇ ਮਾਂ ਪਿਓ ਦੀ। ਇਹ ਵਕਤ ਬੁਰਾ ਜੇ, ਆਪਾਂ ਨਹੀਂ ਕੋਈ ਵੀ ਸੇਵਾ ਕਰ ਸਕਦੇ, ਬੰਦੇ ਦੇ ਕਰਮ ਨਾਲ ਚੱਲਦੇ। ਤੁਹਾਨੂੰ ਪਤਾ, ਜਿਹਦੇ ਕਰਮਾਂ 'ਚ ਦੁੱਖ ਲਿਖੇ ਉਹਨੇ ਦੁੱਖ ਹੀ ਭੋਗਣੇ ਆ। ਫਿਰ ਆਪਾਂ ਕਿੱਦਾਂ ਸੁਖੀ ਕਰ ਸਕਦੇ? ਇਹ ਜਿਹਦਾ ਤਪ ਕੀਤਾ ਹੋਇਆ ਹੈ ਉਹਨਾਂ ਦੇ ਬੱਚੇ ਹੀ ਉਹਨਾਂ ਦੀ ਸੇਵਾ ਕਰ ਰਹੇ। ਜੇ ਆਪਣਾ ਤਪ ਨਹੀਂ, ਤੇ ਕਈ ਮੈਂ ਵੇਖਿਆ ਵੀ ਕਰੋੜਪਤੀ, ਕਮੀ ਕਿਸੇ ਚੀਜ਼ ਦੀ ਨਹੀਂ ਤਾਂ ਵੀ ਰੋਈ ਜਾਂਦੇ, ਤੇ ਕਈ ਵਿਚਾਰੇ ਦਿਹਾੜੀ ਕਰਕੇ ਵੀ ਛਾਲਾਂ ਮਾਰਨ ਦੇ ਐ। ਇਹਨੂੰ ਕਹਿੰਦੇ ਸੁੱਖ ਕਰਮਾਂ ਦੇ। ਕਰਮ ਬਣਾਉਣੇ ਪੈਂਦੇ ਨੇ, ਜਸ ਮਿਲਦਾ ਹੈ ਸੁਭ ਕਰਮਾਂ ਨਾ, ਪਰ ਕਰਮ ਬਣਾਉਣੇ ਪੈਂਦੇ ਨੇ। ਜਸ ਦੇਂਦਾ ਏ ਜੋ ਦੁਨੀਆ ਨੂੰ, ਜਸ ਔਸ ਦੇ ਗਾਉਣੇ ਪੈਂਦੇ ਨੇ। ਮਸਤਾ ਦਿਲਦਾਰ ਦੀ ਮਸਤੀ ਲਈ ਦਿਲ ਦਾ ਨਜਰਾਨਾ ਕਾਫੀ ਨਹੀਂ, ਉਸ ਸੱਜਣ ਪਿਆਰੇ ਦੀ ਖਿਦਮਤ ਵਿੱਚ ਸਿਰ ਭੇਟ ਚੜਾਉਣੇ ਪੈਂਦੇ ਨੇ। ਇਹ ਮੁਹੱਬਤ ਹੈ ਤੁਹਾਡੀ ਮੇਰੀ। ਆਪਾਂ ਨੂੰ ਕੀ ਪਤਾ ਕਿਸੇ ਨੇ ਪਾਣੀ ਦੇਣਾ ਕਿ ਨਹੀਂ, ਪਤਾ ਨਹੀਂ ਮੰਜੇ ਤੇ ਗੱਲ ਨਾ, ਵਾਹਿਗੁਰੂ ਕਿਰਪਾ ਕਰੇ। ਇਹ ਤਾਂ ਹੀ ਕਬੀਰ ਸਾਹਿਬ ਦਾ ਸਲੋਕ ਹੈ ਇੱਕ। ਕਬੀਰ ਸਾਹਿਬ ਕਹਿੰਦੇ ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਮੇਰੇ ਸਾਹਮਣੇ ਇੱਕ ਬੰਦੇ ਨੇ ਇਹ ਗੱਲ ਕਹੀ। ਮੈਂ ਕਿਹਾ ਜੀ ਫਲਾਣਾ ਬੜਾ ਤੰਗ, ਕਹਿੰਦੇ ਮੰਜੇ ਤੇ। ਕਹਿੰਦੇ ਬਾਬਾ ਜੀ ਇੱਥੇ ਹੀ ਆ ਸਭ ਕੁਝ, ਇਹਨੇ ਬੜੇ ਮਾੜੇ ਕਰਮ ਕੀਤੇ ਤੇ ਇੱਦਾਂ ਹੀ ਹੋਣਾ। ਮੈਂ ਕਿਹਾ ਨਾ ਹੋਏ ਭਰਾਵਾ, ਇੱਦਾਂ ਨਾ ਕਹੀਂ ਇੱਥੇ। ਕਹਿੰਦੇ ਜੀ ਤੁਹਾਨੂੰ ਕਿਉਂ ਦੁੱਖ ਲੱਗਾ, ਤੁਹਾਡੀ ਰਿਸ਼ਤੇਦਾਰੀ ਹੈ। ਮੈਂ ਕਿਹਾ ਮੇਰੀ ਰਿਸ਼ਤੇਦਾਰੀ ਨਹੀਂ, ਪਰ ਮੈਂ ਗੁਰੂ ਗ੍ਰੰਥ ਸਾਹਿਬ ਕਬੀਰ ਸਾਹਿਬ ਨਾਲ ਗੱਲ ਕਰ ਲੈਣਾ ਕਿਤੇ ਕਿਤੇ। ਬਾਬਾ ਕਬੀਰ ਸਾਹਿਬ ਕਹਿੰਦੇ ਮਤਾ ਕਿਸੇ ਵੱਲ ਵੇਖ ਕੇ ਅਸੀਂ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਣਾ। ਕਹਿੰਦੇ ਤੂੰ ਉਸ ਵੱਲੇ ਵੇਖ ਕੇ ਖੁਸ਼ ਹੁੰਨਾ, ਤੇ ਤੇਰਾ ਟਾਈਮ ਹੀ ਆ ਜਾਣਾ। ਇਹ ਕੀ ਹੁੰਦਾ ਉਹਨੂੰ, ਤੇ ਫਿਰ ਵੀ ਮਾੜਾ ਚੰਗਾ ਅਗਲਾ ਪਾਣੀ ਦੇ ਆਉਂਦਾ, ਅੰਦਰ ਜਾ ਕੇ ਤੈਨੂੰ ਉਹ ਵੀ ਨਹੀਂ ਮਿਲਣਾ। ਤਾਂ ਹੀ ਇੱਕ ਅਰਦਾਸ ਕਰੀਦੀ ਹੁੰਦੀ, ਸਤਿਗੁਰੂ ਢੱਕ ਲਈ ਪੜਦੇ, ਰੱਖ ਲਈ ਲਾਜ। ਹੱਥ ਜੋੜੋ ਇੱਦਾਂ ਸਾਰੇ ਜਣੇ, ਢੱਕ ਲਈ ਪੜਦੇ, ਰੱਖ ਲਈ ਲਾਜ। ਨਾ ਕਰੀ ਕਿਸੇ ਦੇ ਮੁਥਾਜ, ਕਰੀ ਉਹਦੇ ਜਿਹਦੇ ਨੇਤਰਾਂ ਚ ਲਾਜ। ਧੰਨ ਮੇਰੇ ਗੁਰੂ ਨਾਨਕ ਤੇਰਾ 4 ਕੁੰਟਾਂ ਚ ਰਾਜ। ਤਾਂ ਹੀ ਤਾਂ ਰਾਏ ਬਲਾਰ ਨੇ ਕਿਹਾ ਸੀ ਬਾਬਾ ਮੈਨੂੰ ਮੁਥਾਜ ਨਾ ਕਰੀ ਕਿਸੇ ਦਾ। ਮੈਂ ਗਰੀਬ ਨੇ ਐਵੇਂ ਥੋੜ੍ਹਾ ਭੇਟਾ ਦਿੱਤੀ, 18,000 ਕਿੱਲਾ ਮੱਥਾ ਹੀ ਟੇਕਤਾ, ਤੇ ਮੇਰੇ ਵਰਗਾ ਟੁੱਟੇ ਪੈਸੇ ਲੱਭਦਾ ਹੁੰਦਾ ਵੀ ਕਿਤੇ ਰੁਪਈਆ ਮਿਲ ਜੇ ਤੇ ਫੇਰ ਹੀ ਮੱਥਾ ਟੇਕਣਾ। ਕਈ ਮੇਰੇ ਪਿਆਰ ਵਾਲੇ ਬੈਠੇ ਕਹਿਣਗੇ ਬਾਬਾ ਜੀ ਭਾਣ ਲੈਣਾ। ਮੈਂ ਕਿਹਾ ਉਹ ਕੀ ਕਰਨਾ? ਕਹਿੰਦੇ ਖਾਲੀ ਹੋਰ ਤਰ੍ਹਾਂ ਮਹਿਸੂਸ ਹੁੰਦਾ ਰਹਿੰਦਾ ਹੈ, ਫਿਰ ਰੁਪਈਆ ਜਦੋਂ ਲਿਆ ਕੇ ਟੇਕੀਏ ਤੇ ਫਿਰ ਮਾਨ ਜਿਹਾ ਹੋ ਜਾਂਦਾ। ਤੇ ਮੈਂ ਕਿਹਾ ਭਲਿਓ ਫਰਕ ਕੋਈ ਨਹੀਂ, ਇਹ ਨਾ ਕਿਉਂ ਮਾਫੀ, ਮੈਂ ਨਹੀਂ, ਤੁਹਾਡੇ ਆਪਣਾ ਪਰਿਵਾਰ ਹੈ, ਰੋਜ਼ ਆਪਾਂ ਬਹਿੰਦੇ ਹਾਂ। 10 ਰੁਪਈਏ ਰੋਜ਼ ਦੇ ਤੇ 30 ਦਿਨਾਂ ਦੇ ਕਿੰਨੇ ਬਣੇ? 300 ਬਣਿਆ ਨਾ। 300 ਰੁਪਈਆ ਇੱਕ ਮਹੀਨੇ ਦਾ, ਤੇ ਉਹਦੇ ਬਦਲੇ ਵੀ ਤਰਲੇ ਲੈਂਦਾ ਫਿਰਦਾ ਹੈ। ਇੱਥੇ ਇੱਕ ਫਿੰਸੀ ਹੋ ਗਈ ਤੇ ਉਹ ਥੋੜ੍ਹੀ ਜਿਹੀ ਵਾਧੀ ਫੋੜਾ ਬਣ ਗਿਆ, 2500 3000 ਲਾ ਲਿਆ, ਅਜੇ ਵੀ ਰਾਮ ਨਹੀਂ ਹੈ ਨਾ। ਕਈ ਵਾਰੀ ਆਪਾਂ ਇੱਦਾਂ ਦਾ ਪਹਿਰਾ ਵਰਤਾ ਜਾਂਦੇ ਹਾਂ ਵੀ 3 ਘੰਟੇ ਬੈਠੇ, ਕਹਿੰਦੇ ਬਾਬਾ ਭਾਣ ਲੈਣਾ, ਤੁਹਾਡਾ ਭਾਣ ਵਾਲਾ ਕਿੱਥੇ ਮਰ ਗਿਆ? ਆਖੋ ਸਤਨਾਮ। ਚਲੋ ਠੀਕ ਮਹਾਰਾਜ ਤਾਂ ਕਹਿੰਦੇ ਭਾਵਣੀ ਨਾ ਕੌਡੀ ਵੀ ਲਿਆ, ਜਿੰਨੀ ਕਿਸੇ ਦੀ ਸ਼ਰਧਾ। ਮੈਂ ਵਿਚਾਰ ਦੇ ਵਿੱਚ ਹੋਰ ਚੀਜ਼ ਹੁੰਦੀ, ਕੋਈ ਦਿਲ 'ਤੇ ਨਾ ਲਾਇਓ, ਭਾਵੇਂ ਜੋ ਮਰਜ਼ੀ ਤੁਹਾਡੀ ਭਾਵਨਾ, ਪਰ ਇੱਕ ਵਿਚਾਰ ਹੈ। ਤੋ ਇਸ ਕਰਕੇ ਕਹਿੰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜਦੋਂ ਫਿਰ ਆਪਣੇ ਸਰੀਰ ਦੇ ਨਾਲ ਮਿੱਟੀ ਵਿੱਚ ਖੇਡਦੇ ਨੇ, ਤੇ ਮੇਰੀ ਮਹਾਨ ਤ੍ਰਿਪਤਾ ਸੋਹਣੇ ਜਲ ਨਾਲ ਇਸ਼ਨਾਨ ਕਰਾ ਕੇ ਇੱਕ ਸਾਫ ਕੱਪੜੇ ਦੇ ਨਾਲ ਕਹਿੰਦੇ ਹਨ ਕਿ ਮਹਾਰਾਜ ਸਾਹਿਬ ਪੌਸ਼ ਸਰੀਰ ਅੰਕ ਵੈਸਾਇਓ, ਤੇ ਪਿਆਰੇ ਜੇ ਮੁਲਾਇਮ ਕੱਪੜੇ ਨਾਲ ਮਹਾਰਾਜ ਸਾਹਿਬ ਜੀ ਦੇ ਅੰਗ ਸਾਫ ਕਰਕੇ ਤੇ ਗੋਦੀ 'ਚ ਬਿਠਾ ਲੈਂਦੇ ਹਨ। ਕਹਿੰਦੇ ਫਿਰ ਇੱਕ ਦਿਨ ਬੜਾ ਸੋਹਣਾ ਝੱਗਾ ਨਵਾਂ ਸਵਾਇਆ। ਆਖੋ ਵਾਹਿਗੁਰੂ। ਧੰਨ ਮੇਰੇ ਪਾਤਸ਼ਾਹ ਮਹਾਰਾਜ, ਸਾਰਿਆਂ ਨੂੰ ਤਨ ਢੱਕਣ ਜੋਗੇ ਕੱਪੜੇ ਦੇ ਦੀ, ਇੰਨੀ ਬੜੀ ਕਿਰਪਾ ਤੇਰੀ ਸਤਿਗੁਰੂ, ਮਿਹਰ ਕਰੀ। ਤੇ ਉਹ ਕਹਿੰਦੇ ਹਨ ਕਿ ਮਹਾਰਾਜ ਜੀ ਨੂੰ
ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਲਈ ਇੱਕ ਕੁੜਤਾ ਤਿਆਰ ਕੀਤਾ ਗਿਆ, ਬੜਾ ਸੋਹਣਾ। ਅੱਜ ਵੀ ਕਈ ਸੰਗਤ ਕਹੇ ਜੀ ਸਾਡਾ ਬੜਾ ਦਿਲ ਕਰਦਾ ਇਹ ਮਹਾਰਾਜ ਕਿਤੇ ਹੋਣ ਤੇ ਚੋਲਾ ਸਵਾ ਕੇ ਦਈਏ। ਮੈਂ ਕਿਹਾ ਭਲਿਓ ਮਹਾਰਾਜ ਸ਼ਬਦ ਗੁਰੂ ਸਾਡੇ ਕੋਲ ਹੀ ਹੈ। ਆ ਵੇਖੋ ਬਸਤਰ ਮਹਾਰਾਜ ਦੇ ਚਿੱਟੇ, ਕਿੰਨਾ ਸੋਹਣਾ ਭੈਣਾਂ ਨੇ ਗੋਟਾ ਲਾਇਆ ਨੀਲੇ ਰੰਗ ਦਾ। ਇਹ ਮਹਾਰਾਜ ਹਾਜ਼ਰ ਹੈ। ਗੁਰੂ ਗੋਬਿੰਦ ਸਿੰਘ ਕਹਿ ਕੇ ਤੇ ਗਏ ਸੀ ਵੀ ਰੋਇਓ ਨਾ, ਮੈਂ ਸ਼ਬਦ ਵਿੱਚ ਐ, ਸ਼ਬਦ ਦੀ ਰੱਜ ਕੇ ਕਮਾਈ ਕਰਿਓ ਤੇ ਪੂਜਾ ਵੀ ਕਰਿਓ। ਸਾਧ ਸੰਗਤ ਜੀ ਬਹੁਤ ਮਾੜਾ ਸਮਾਂ ਚੱਲ ਰਿਹਾ, ਬਹੁਤ ਜ਼ਿਆਦਾ ਭਿਆਨਕ ਸਮਾਂ। ਆਪਾਂ ਕਹਿੰਦੇ ਬਿਮਾਰੀਆਂ, ਦੁੱਖ, ਦੁਨੀਆ ਦੁਖੀ ਹੈ। ਇਹਦਾ ਕਾਰਨ ਪਤਾ ਕੀ? ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾਈ ਜਾ ਰਹੀ ਹੈ, ਬੇਅਦਬੀਆਂ ਹੋ ਰਹੀਆਂ, ਅਤੇ ਇਹਦਾ ਖਮਿਆਜਾ ਭੁਗਤਣਾ ਪੈਣਾ ਧਰਤੀ ਨੂੰ। ਕਿਉਂਕਿ ਜਦੋਂ ਵੀ ਕਹਿਰ ਹੁੰਦਾ ਫਿਰ ਧਰਤੀ ਹਿਲਦੀ ਆ, ਅਤੇ ਫਿਰ ਕਰੋਨਾ ਵਰਗੀਆਂ ਮਹਾਂਮਾਰੀਆਂ ਦਾ ਜਨਮ ਹੁੰਦਾ ਅਤੇ ਦੁਨੀਆ ਤੜਫਦੀ ਫਿਰ ਰੋਂਦੀ ਹੈ। ਕਿਉਂਕਿ ਬਾਣੀ ਅੰਗ ਸੀ ਨਾ ਮਹਾਰਾਜ ਦੇ। ਅਤੇ ਜਿਵੇਂ ਜਿਵੇਂ ਇਹ ਚੀਜ਼ ਲੋਕੀ ਸਿਆਸਤ ਵਿੱਚ ਕਹਿ ਲਓ ਜਾਂ ਲਾਲਚ ਵਿੱਚ ਕਹਿ ਲਓ ਕਰਦੇ ਹੈ, ਉਵੇਂ ਉਵੇਂ ਧਰਤੀ ਫਿਰ ਕੰਬਣ ਲੱਗ ਪੈਂਦੀ ਹੈ। ਉਹ ਕੋਈ ਨਾ ਕੋਈ ਨਵੀਂ ਬਿਮਾਰੀ ਦਾ ਜਨਮ ਹੁੰਦਾ। ਉਹ ਬਿਮਾਰੀ ਨਹੀਂ ਹੁੰਦੀ, ਉਹ ਰੱਬ ਦਾ ਸੁਨੇਹਾ ਹੁੰਦਾ ਵੀ ਜੇ ਤੁਸੀਂ ਪਿਆਰੇ ਨਾਲ ਇੱਦਾਂ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵੀ ਅੱਗ ਲੱਗ ਜਾਣੀ ਜ਼ਿੰਦਗੀ 'ਚ। ਅਤੇ ਅੱਜ ਲੱਗੀ ਪਈ, ਸੜੀ ਜਾਂਦੇ 24 ਘੰਟੇ, ਕਿਤੇ ਸਕੂਨ ਹੈਗਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਲਈ ਸੋਹਣਾ ਜਿਹਾ ਚੋਲਾ ਮਾਤਾ ਜੀ ਤਿਆਰ ਕੀਤਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਸੋਹਣੇ ਹਨ। ਮੇਰੇ ਸਤਿਗੁਰੂ ਆਖੋ ਧੰਨ ਗੁਰੂ ਨਾਨਕ। ਤੇ ਮੇਰੇ ਸਾਹਿਬ ਦੇ ਸਰੀਰ ਦੇ ਅੰਗ ਵੀ ਬੜੇ ਸੁੰਦਰ, ਰੱਬ ਆਪ ਆਇਆ ਸੀ ਨਾ। ਤੇ ਮਾਤਾ ਜੀ ਫਿਰ ਚੋਲਾ ਪਵਾ ਕੇ ਤੇ ਧੰਨ ਗੁਰੂ ਨਾਨਕ ਨੂੰ ਸਮੁੰਦਰ ਭਾਵ ਦੁੱਧ ਪਿਆ ਕੇ। ਇਹ ਬੜੀ ਬਰੀਕੀ ਦੀ ਕਥਾ ਸਾਧ ਸੰਗਤ ਜੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਇਹ ਵਕਤ ਕਹਿੰਦਾ ਏ ਕਿ ਜਿਹੜੀ ਮਾਂ ਦੁੱਧ ਦੇ ਨਾਲ ਪੁੱਤ ਪਾਲਦੀ ਹੈ ਨਾ, ਕਈ ਵਾਰੀ ਪਾਣੀ ਵੀ ਨਹੀਂ ਦਿੱਤਾ ਜਾਂਦਾ। ਹਾਂਜੀ, ਇਹ ਵਕਤ ਹੁੰਦਾ ਕਰਮਾਂ ਦਾ। ਕਈ ਵਾਰੀ ਬੰਦਾ ਮਜਬੂਰ ਹੀ ਇੰਨਾ ਕੁ ਹੋ ਜਾਂਦਾ ਵੀ ਉਹ ਆਪਣੀ ਸੇਵਾ ਨਹੀਂ ਕਰ ਸਕਦਾ। ਚਾਹੁੰਦਾ ਜ਼ਰੂਰ ਆ, ਪਤਾ ਨਹੀਂ ਕਿੰਨਾ ਅੰਦਰੋਂ ਦਿਨੇ ਰਾਤ ਰੋਂਦਾ ਵਾ ਕਿ ਮੈਂ ਸੇਵਾ ਕਰਾਂ, ਪਰ ਉਹਨਾਂ ਦੇ ਕਰਮ ਅੱਗੇ ਆ ਕੇ ਖੜੋਤੇ। ਅਤੇ ਕੰਧ ਵਿੱਚ ਇੱਦਾਂ ਦੀ ਪੈ ਗਈ ਹੈ ਵੀ ਇੱਕ ਸ਼ੇਰ ਆਪਾਂ ਪੜ੍ਹਦੇ ਹੁੰਦੇ ਹਾਂ ਵੀ ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਵੱਲੇ ਜਾਵਾਂ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ, ਰੱਬ ਵੱਲੇ ਜਾਵਾਂ ਤੇ ਉਹ ਨੇੜੇ ਵੀ ਗਾਉਂਦਾ ਨਹੀਂ। ਦੋਹਾਂ ਵਿੱਚੋਂ ਕਿੱਥੇ ਜਾਵਾਂ ਇਹੋ ਦੁੱਖ ਮਾਰਦਾ, ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ। ਜਿਹੜੀ ਮਾਂ ਕਿਤੇ ਵੱਤੀ ਚਲ ਜਾਂਦੀ, ਪਹਿਲਾਂ ਤਾਂ ਵੱਤੀ ਆਉਂਦੀ ਨਹੀਂ ਸੀ ਸੱਚ, ਜਦੋਂ ਆਪਾਂ ਜੰਮੇ ਸੀ, ਅਤੇ ਸਾਰੀ ਰਾਤ ਪੱਖੀ ਝੱਲਦੀ ਦੀ ਬਾਂਹ ਨਹੀਂ ਸੀ ਥੱਕਦੀ। ਅਤੇ ਅੱਜ ਆਪ ਏਸੀ ਲਾਏ, ਆਪਾਂ ਕੂਲਰ ਲਾਏ, ਗੱਡੀ 'ਚ ਵੀ ਏਸੀ ਚੱਲਦਾ ਏ। ਪਰ ਕਿਤੇ ਬੰਦਿਆ ਯਾਦ ਜ਼ਰੂਰ ਕਰੀ ਉਹ ਵੇਲਾ ਕਿ ਤੂੰ ਇੱਦਾਂ ਸੀ ਅਤੇ ਉਹ ਇੱਦਾਂ ਸੀ। ਇਹ ਕਥਾ ਆਪਾਂ ਨੂੰ ਮਾਰੇ ਤਾਈਓਂ ਦੇ ਕੇ ਗਏ ਵੀ ਕਈ ਵਾਰੀ ਕੋਈ ਭੜਕ ਜਾਂਦਾ ਗੁੱਸੇ 'ਚ ਰਿਸ਼ਤੇਦਾਰੀਆਂ 'ਚ, ਪਰ ਜਦੋਂ ਮਹਾਰਾਜ ਦਾ ਸ਼ਬਦ ਕੰਨਾਂ 'ਚ ਪਊਗਾ ਅਤੇ ਕਈ ਵਾਰੀ ਸ਼ਬਦ ਦਾ ਜਜ਼ਬਾ ਇੱਦਾਂ ਦਾ ਹੁੰਦਾ। ਤੁਹਾਨੂੰ ਪਤਾ ਇੱਕ ਚੀਜ਼ ਦਾ ਵੀ ਸਤਵੰਤ ਬੇਅੰਤ ਸਿੰਘ ਨੇ ਇੰਦਰਾ ਨੂੰ ਕਦੇ ਮਾਰਨਾ ਨਹੀਂ ਸੀ। ਤੁਹਾਨੂੰ ਪਤਾ ਕਿਉਂ ਮਾਰਿਆ? ਕਿਉਂਕਿ ਸਭ ਤੋਂ ਭਰੋਸੇ ਵਾਲੇ ਸੀ ਉਹ ਦੋਵੇਂ, ਅਤੇ ਉਹਨਾਂ 'ਤੇ ਇੰਨਾ ਕੁ ਯਕੀਨ ਉਹ ਕਰਦੀ ਸੀ ਵੀ ਰੋਟੀ ਉਹਨਾਂ ਦੇ ਨਾਲ, ਪਾਣੀ ਉਹਨਾਂ ਦੇ ਨਾਲ, ਕੌਫੀ ਉਹਨਾਂ ਦੇ ਨਾਲ। ਅਤੇ ਸਭ ਤੋਂ ਵੱਡਾ ਭਰੋਸਾ ਜਦੋਂ ਜੱਜ ਨੇ ਸਜ਼ਾ ਸੁਣਾਈ ਨਾ ਸਤਵੰਤ ਬੇਅੰਤ ਨੂੰ ਫਾਂਸੀ ਦੀ, ਉੱਥੇ ਵਕੀਲ ਕੇਸ ਲੜਦੇ ਰਹੇ ਵੀ ਸਾਡਾ ਮੱਕਾ ਹਰਿਮੰਦਰ ਸਾਹਿਬ ਨਾਲ ਢਾਇਆ, ਸਾਡੇ ਗੁਰੂ ਦੇ ਸਰੂਪ ਨੂੰ ਗੋਲੀਆਂ, ਤਾਂ ਕਰਕੇ ਉਹ ਕਹਿੰਦਾ ਮੈਂ ਮੰਨਦਾ ਹੀ ਤੁਹਾਡਾ ਦਰਦ, ਪਰ ਇਹਨਾਂ ਨੂੰ ਸਜ਼ਾ ਫਾਂਸੀ ਦੀ ਮੈਂ ਤਾਂ ਸੁਣਾਉਣਾ ਏ ਕਿ ਕਿਸੇ ਦੇ ਨਾਲ ਇਹਨਾਂ ਵਿਸ਼ਵਾਸਘਾਤ ਕੀਤਾ। ਕਿਉਂਕਿ ਹੋਰ ਵੀ ਆਰਮੀ ਕਿੰਨੇ ਸੀ, ਪਰ ਉਹਨੂੰ ਇਹਨਾਂ ਦੋਵਾਂ 'ਤੇ ਰੱਬ ਜਿੰਨਾ ਯਕੀਨ ਸੀ, ਤਾਂ ਕਰਕੇ ਆਪਣੇ ਰੂਮ ਦੇ ਵਿੱਚ, ਇੰਦਰਾ ਦੇ ਰੂਮ 'ਚ ਇਹ ਦੋਵੇਂ ਜਾਣੇ ਰਹਿੰਦੇ ਸੀ, ਤੀਜਾ ਬੰਦਾ ਨਹੀਂ ਸੀ ਆਉਂਦਾ। ਕਿੰਨਾ ਯਕੀਨ ਅਤੇ ਕਿੰਨਾ ਭਰੋਸਾ, ਆਪਣੇ ਦਿਲ ਦਾ ਸਾਰਾ ਭੇਤ ਦੇਣਾ। ਔਰ ਇਸ ਕਰਕੇ ਉਹ ਜੱਜ ਕਹਿੰਦਾ ਸੀ ਵੀ ਮੈਂ ਫਾਂਸੀ ਦੇ ਰਿਹਾ, ਮੈਂ ਦੋਵੇਂ ਪਾਸੇ ਵੇਖਣੇ ਹੈ, ਤੁਹਾਡੀਆਂ ਭਾਵਨਾ ਵੀ ਵੇਖਣੀਆਂ, ਇਹਨਾਂ ਦਾ ਜਜ਼ਬਾ ਵੀ ਵੇਖਣਾ ਹੈ, ਪਰ ਇੱਕ ਪਾਸੇ ਇੱਕ ਇਨਸਾਨ ਦਾ ਵਿਸ਼ਵਾਸ ਬੱਝਾ ਸੀ ਕਿਉਂਕਿ ਉਹਨੇ ਇਹਨਾਂ ਨੂੰ ਆਪਣੇ ਨੇੜੇ ਰੱਖਿਆ। ਪਰ ਦਰਅਸਲ ਇਹਦੇ ਪਿਛੋਕੜ 'ਚ ਜਾਈਏ ਤਾਂ ਜਿਹੜਾ ਕੇਰ ਸਿੰਘ ਸੀ ਇਹਨਾਂ ਦਾ ਫੁੱਫੜ, ਇਹ ਜਦੋਂ ਨੌਕਰੀ ਕਰਦੇ ਸੀ ਨਾ ਪੁਲਿਸ ਦੀ, ਅਤੇ ਜ਼ਿਆਦਾ ਆਪਣੀ ਨੌਕਰੀ 'ਚ ਬਿਜੀ ਰਹਿੰਦੇ ਸੀ, ਅਤੇ ਉਹ ਜਦੋਂ ਵਾਪਸ ਆਉਂਦੇ ਸੀ ਨਾ, ਉਹ ਭਾਈ ਸਾਹਿਬ ਨੇ ਇਹਨਾਂ ਨੂੰ ਕਥਾ ਸੁਣਾ ਕੇ ਇਹਨਾਂ 'ਚ ਜਜ਼ਬਾ ਭਰਿਆ
ਇਹ ਪੋਥੀਆਂ ਤਾਂ ਮਹਾਰਾਜ ਦੇ ਕੇ ਗਏ ਵੀ ਤੁਹਾਡੇ ਬੱਚੇ, ਤੁਹਾਡੇ ਪਰਿਵਾਰ ਪੋਥੀਆਂ ਸੁਣ। ਹੋ ਸਕਦਾ ਅੱਜ ਵਾਲੀ ਕਥਾ ਸੁਣ ਕੇ ਕਈ ਵਾਰੀ ਬੰਦੇ ਨੂੰ ਗੁੱਸਾ ਪਹਿਲਾਂ ਹੁੰਦਾ ਤੇ ਅੱਜ ਜਾ ਕੇ ਆਪਣੀ ਮਾਂ ਨੂੰ ਕਹਦੇ ਮਾਂ ਮੈਨੂੰ ਮਾਫ਼ ਕਰ ਦੇ। ਗੱਲ ਤਾਂ ਇੰਨੀ, ਸੌਰੀ ਇੱਕ ਸ਼ਬਦ ਛੋਟਾ ਜਿਹਾ ਜ਼ਿੰਦਗੀ ਰਸ ਬਣ ਜਾਂਦਾ। ਘਰ ਵਾਲੀ ਕਹਦੇ ਸਰਦਾਰ ਜੀ ਸੌਰੀ ਹੈ, ਘਰ ਸਵਰਗ ਹੈ। ਬੰਦਾ ਕਹਦੇ ਉਹਨੂੰ ਕਰਮਾਂ ਵਾਲੀਏ ਸੌਰੀ, ਘਰ ਸਵਰਗ ਹੈ। ਨਿੱਕਾ ਜਿਹਾ ਸ਼ਬਦ ਹੈ ਪਰ ਜਦੋਂ ਅੜੀ 'ਚ ਆਉਂਦਾ ਤਬਾਹੀਆਂ ਮਚਾ ਦਿੰਦਾ ਘਰ ਦੀਆਂ, ਪਰ ਸੌਰੀ ਨਹੀਂ ਆਉਂਦਾ। ਹਾਂਜੀ, ਤੋ ਇਸ ਕਰਕੇ ਮਹਾਰਾਜ ਕਿਰਪਾ ਕਰੇ। ਉਹਨਾਂ ਦੋਵਾਂ ਨੂੰ ਉਹਨੇ ਕਥਾ ਹੀ ਇੱਦਾਂ ਦੀ ਸੁਣਾਈ ਇਤਿਹਾਸ ਦੀ ਵੀ ਤੁਹਾਡਾ ਕੀ ਜੀਣਾ ਹੈ, ਤੁਹਾਡਾ ਗੁਰੂ ਰਾਮਦਾਸ ਹੀ ਤਬਾਹ ਕਰਤਾ, ਤੁਹਾਡਾ ਸਾਰਾ ਕੁਝ, ਤੁਹਾਡੀਆਂ ਕਾਹਦੀਆਂ ਨੌਕਰੀਆਂ। ਉਹ ਕਥਾ ਨੇ ਜਜ਼ਬਾ ਹੀ ਇੰਨਾ ਕੁ ਭਰਤਾ। ਇੱਕ ਪਾਸੇ ਗੁਰੂ ਸੀ ਤੇ ਦੂਜੇ ਪਾਸੇ ਭਰੋਸਾ ਰੱਖਣ ਵਾਲਾ, ਦੋਵਾਂ ਦੇ ਵਿੱਚੋਂ ਫਸ ਗਏ ਕਸੂਤੇ। ਪਰ ਉਹ ਕਥਾ ਦੇ ਜਜ਼ਬੇ ਨੇ ਫਿਰ ਉਹ ਕੰਧ ਤੋੜ ਦਿੱਤੀ। ਉਹ ਇੰਨਾ ਕੁ ਨੇੜੇ ਸੀ, ਫਿਰ ਉਹਨਾਂ ਨੂੰ ਉਹਦੀ ਛਾਤੀ 'ਚ ਗੋਲੀਆਂ ਮਾਰਨੀਆਂ। ਇਹ ਗੱਲ ਦੋ ਪੱਖ ਦੀ ਮੈਂ ਅੱਜ ਕੀਤੀ, ਮੈਨੂੰ ਮਾਫ਼ ਕਰਿਓ ਜੇ ਮੈਂ ਕਿਤੇ ਗਲਤ ਹੋਵਾਂ। ਬੱਚਾ ਏ ਵੀ ਉਹਨੂੰ ਕਿੰਨਾ ਪਿਆਰ ਭਰੋਸਾ ਸੀ ਵੀ ਉਹਨੇ ਦੋਵਾਂ ਨੂੰ ਕੋਲੇ ਰੱਖਿਆ ਸੀ ਆਪਣੇ। ਹੋਰ ਵੀ ਹਜ਼ਾਰਾਂ ਵਿੱਚ ਸਰਵਿਸ ਕਰਦੇ ਹੋਣਗੇ, ਕਿਉਂ ਨਹੀਂ ਸੀ ਨੇੜੇ ਲਾਇਆ? ਕਿਉਂਕਿ ਉਹਨਾਂ ਨੂੰ ਯਕੀਨ ਸੀ ਇਹਨਾਂ 'ਤੇ। ਇਸ ਕਰਕੇ ਜੱਜ ਕਹਿੰਦਾ ਮੈਂ ਸਜ਼ਾ ਨਹੀਂ ਸੀ ਦੇਣੀ। ਜਦੋਂ ਮੈਂ ਤੁਹਾਡੀ ਵਕਾਲਤ ਵੇਖਣਾ ਹੈ ਵੀ ਤੁਹਾਡੇ ਦਰਬਾਰ ਸਾਹਿਬ ਆਪਣਾ ਦੁੱਖ ਵੀ ਆਉਂਦਾ, ਮੇਰਾ ਘਰ ਹੀ ਕੋਈ ਢਾਹ ਦੇ ਕਰੈਨ ਲੈ ਕੇ ਤੇ ਰੋਣ ਆਊਗਾ ਹੀ, ਤੇ ਆਪਣਾ ਘਰ ਹੈ ਉਹ ਕਹਿੰਦੇ। ਪਰ ਦੂਜੇ ਪਾਸੇ ਕਿਸੇ ਦਾ ਵਿਸ਼ਵਾਸ ਪਾਤਰ ਸੀ, ਵਿਸ਼ਵਾਸ ਵੀ ਤੋੜਿਆ ਏ। ਇਸ ਕਰਕੇ ਸਾਧ ਸੰਗਤ ਜੀ ਇਹ ਕਥਾ ਜਜ਼ਬਾ ਪੈਦਾ ਕਰਦੀ ਹੈ। ਤੇ ਗਾਂਹ ਵਾਲੇ ਬੱਚੇ ਬਿਲਕੁਲ ਹੀ ਕਥਾ ਵੱਲੋਂ ਮੁੱਖ ਮੋੜ ਗਏ। ਉਹ ਤਾਂ ਲੈਪਟਾਪ ਦੇ ਉੱਤੇ ਆਪਣੀ ਪੜ੍ਹਾਈ, ਠੀਕ ਹੈ ਤਰੱਕੀ ਕਰੋ, ਪੜ੍ਹਾਈ ਕਰੋ, ਪਰ ਇਹ ਪੜ੍ਹਾਈ ਨਾ ਛੱਡ ਦਿਓ ਕਿਤੇ, ਆਖੋ ਸਤਿਨਾਮ। ਤੋ ਇਸ ਕਰਕੇ ਕਹਿੰਦੇ ਹਨ ਮੇਰੇ ਸੱਚੇ ਪਾਤਸ਼ਾਹ ਜੀ ਕਿ ਮੇਰੇ ਸਤਿਗੁਰੂ ਮਹਾਰਾਜ ਜੀ ਨੂੰ ਮਾਤਾ ਤ੍ਰਿਪਤਾ ਜੀ ਰੱਬ ਨੂੰ ਦੁੱਧ ਪਿਆਉਂਦੇ, ਆਖੋ ਵਾਹਿਗੁਰੂ। ਮੈਂ ਕਹਿੰਦਾ ਰੱਬ ਤਾਂ ਰੱਬ ਹੈ। ਤੇ ਇੱਕ ਗੱਲ ਇਹ ਵੀ ਜ਼ਰੂਰ ਹੈ ਕਿ ਰੱਬਾ ਭਾਵੇਂ ਦੁਨਿਆਵੀ ਤੌਰ 'ਤੇ ਮਾਂ ਤ੍ਰਿਪਤਾ ਇੱਕ ਔਰਤ ਹੈ, ਪਰ ਸੱਚ ਜਾਣਿਓ ਜਿਸ ਮਾਂ ਦਾ ਦੁੱਧ ਰੱਬ ਪੀ ਰਿਹਾ ਉਸ ਮਾਂ ਦੀ ਰੱਬ ਤੋਂ ਵੀ ਵੱਡੀ ਕਮਾਈ ਹੋਊ। ਸਹੀ ਗੱਲ ਹੈ ਨਾ? ਤਾਂ ਹੀ ਤਾਂ ਮਹਾਰਾਜ ਨੇ ਕਹਿਤਾ ਵੀ ਰੱਬ ਤੋਂ ਪਿਆਰਾ ਕੋਈ ਨਾ, ਇੱਕ ਮਾਂ। ਰੱਬ ਦਾ ਪਹਿਲਾ ਦਰਜਾ ਸਭ ਤੋਂ ਵੱਡਿਆਂ 'ਚ, ਪਰ ਰੱਬ ਦੇ ਨਾਲ ਹੀ ਜੇ ਕਿਸੇ ਦੀ ਤੁਲਨਾ ਕਰਨੀ ਤੇ ਮਾਂ ਨੂੰ ਬਿਠਾਉਣਾ ਪੈਂਦਾ। ਇਸ ਕਰਕੇ ਮਾਤਾ ਜੀ ਨੇ ਆਪਣੇ ਅੰਮ੍ਰਿਤ ਨੂੰ ਗੁਰੂ ਨਾਨਕ ਸਾਹਿਬ ਨੂੰ ਛਕਾ ਕੇ ਤੇ ਫਿਰ ਸਵਾਂ ਦਿੰਦੇ ਹਨ। ਔਰ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੁੱਧ ਪੀ ਲੈਂਦੇ ਨੇ, ਫਿਰ ਆਪਣੀ ਗੋਦੀ 'ਚ ਹਲਾਰੇ ਦੇ ਦੇ ਕੇ, ਝੂਟੇ ਦੇ ਦੇ ਕੇ, ਧੰਨ ਸੀ ਪਹਿਲੀਆਂ ਮਾਵਾਂ। ਆ ਤਾਂ ਇੱਕ ਦਿਨ ਬੜਾ ਸੋਹਣਾ ਕਿਸੇ ਬਜ਼ੁਰਗ ਨੇ ਵਚਨ ਕੀਤਾ ਕਿ ਹੁਣ ਬੱਚੇ ਜਿਹੜੇ ਨਾ ਇਹਦਾ ਵਾਕਰ ਜੇ ਬਣੇ ਆ, ਵਾਕਰ ਹੀ ਹੁੰਦਾ ਨਾ ਉਹ, ਤੇ ਉਹ ਕਈ ਹੁਣ ਮਾਡਰਨ ਹੋ ਗਏ, ਬਾਹਰਲੇ ਵਿਦੇਸ਼ਾਂ ਵੱਲ ਵੇਖ ਕੇ ਉਹ ਗੁਰਦੁਆਰੇ ਆਉਂਦਾ ਤੇ ਬੱਚੇ ਨੂੰ ਵਿੱਚ ਪਾਇਆ ਤੇ ਇੱਦਾਂ ਰੇੜੀ ਧੱਕੀ ਆਉਣ ਤੇ ਉਹ ਬਜ਼ੁਰਗ ਕਹਿੰਦਾ ਵਾਹ ਓਏ ਕਲਯੁਗ ਦੇ ਜ਼ਮਾਨੇ ਓਏ ਰੱਬਾ। ਕਹਿੰਦੇ ਧੀਏ ਮੁੰਡਾ ਕਿ ਕੁੜੀ ਆ? ਕਹਿੰਦੀ ਬਾਪੂ ਜੀ ਬੇਟਾ ਏ। ਕਹਿੰਦਾ ਅਸੀਂ 5 ਭਰਾ ਸੀ ਤੇ ਸਾਡੀ ਮਾਤਾ ਕਣਕ ਨੂੰ ਜਦੋਂ ਲੈ ਕੇ ਜਾਂਦੀ ਸੀ ਰੋਟੀ ਬਾਪੂ ਹੋਣਾ ਦੀ, ਤੇ 5 ਨੂੰ ਮੋਢਿਆਂ ਤੇ, ਕੋਈ ਪਿਛਲੇ ਬੰਨੇ ਝੋਲੀ 'ਚ ਬੰਨ੍ਹ ਕੇ, ਕੋਈ ਐਸ ਮੋਢੇ ਤੇ ਰੱਖਿਆ ਹੁੰਦਾ ਸੀ, ਕੋਈ ਐਸ ਤੇ ਇੱਥੇ ਘੜਾ ਰੋਟੀਆਂ ਵਾਲਾ ਇੱਦਾਂ ਸੀ ਨਾ, 4-5 ਹੀ ਚੱਕ ਕੇ ਨਾਲ ਹੀ ਰੋਟੀਆਂ ਲੈ ਜਾਂਦੀ ਸੀ। ਆ 2 ਕਿਲੋ ਦਾ ਰੱਬ ਨੇ ਤੈਨੂੰ ਹੀਰਾ ਦਿੱਤਾ ਤੇ ਤੂੰ ਇਹਨੂੰ ਚੱਕ ਕੇ ਨਹੀਂ ਲਿਆ ਸਕਦਾ? ਕਮਲੀਏ ਰੇੜੀ 'ਚ ਪਾ ਕੇ ਧੱਕਣ ਦੇ, ਉਹ ਤਾਂ ਹਸਪਤਾਲਾਂ 'ਚ ਰੇੜੀਆਂ 'ਚ ਲਈ ਫਿਰਦੇ, ਰਾਜੀ ਹੈ ਇਹਨੂੰ ਛਾਤੀ ਦੇ ਪਿਆਰ ਦੇ। ਤੇ ਉਹਨੇ ਗੁੱਸਾ ਜਿਹਾ ਕੀਤਾ ਤੇ ਮੈਂ ਕਿਹਾ ਭੈਣੇ ਸੌਰੀ ਬਜ਼ੁਰਗ ਹੈ, ਸਾਡਾ ਪ੍ਰਬੰਧ ਹੈ, ਕੋਈ ਨਹੀਂ ਦਿਲ 'ਤੇ ਨਾ ਲਾਈ, ਇਹਨਾਂ ਦਾ ਸੁਭਾਅ ਹੈ। ਪਰ ਮੇਰੇ ਮਨ 'ਚ ਵੀ ਆਇਆ ਵੀ ਕਿਤੇ ਨਾ ਕਿਤੇ ਇਹ ਗੱਲ ਸੱਚ ਹੈ। ਜੇ ਅੱਜ ਆਪਾਂ ਬੱਚਿਆਂ ਤੋਂ ਤੰਗ ਹੈ ਨਾ, ਇਹਨਾਂ ਨੂੰ ਉਹ ਸਹੂਲਤਾਂ ਦੇ ਦੇ ਕੇ ਦੂਰ ਕਰੀ ਜਾਂਦੇ, ਤੇ ਬੁੱਢੇ ਹੋਇਆਂ ਮਤਾ ਸੋਚਿਓ ਤੁਹਾਨੂੰ ਗੱਲ ਨਾ ਲਾਉਣ। ਇਹ ਜਿਹੜਾ ਬੀਜ ਬੀਜੀ ਜਾਂਦੇ ਵੱਢਣਾ ਤਾਂ ਪੈਣਾ ਹੀ ਹੈ। ਜੇ ਗੋਰੇ ਇੱਦਾਂ ਕਰਦੇ ਆ ਨਾ ਤੇ ਫਿਰ ਉਹਨਾਂ ਨੂੰ ਬਜ਼ੁਰਗ ਬਾਰੇ ਬੱਚੇ ਉਹਨਾਂ ਦੇ ਥੋੜ੍ਹਾ ਕੋਲੇ ਆਉਂਦੇ ਆ। ਉਹਦੇ ਚੱਲ ਭਲਾ ਵੀ ਉਹਨਾਂ ਦੇ ਕਾਨੂੰਨ ਸੋਹਣੇ ਆ ਤੇ ਆਪਣੇ ਤੇ ਕਾਨੂੰਨ ਚੰਗੇ ਭਲਿਆਂ ਨੂੰ ਨਹੀਂ ਕੋਈ ਰਾਜੀ ਕਰਦਾ, ਤੇ ਦੂਜਿਆਂ ਨੂੰ ਕਿਹਨੇ ਕਰਨਾ? ਹਾਂਜੀ ਇੱਦਾਂ ਹੀ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਇਹ ਪਿਆਰ ਨਾ ਗਵਾਚਣ ਦਿਓ। ਇੱਥੇ ਕਵੀ ਜੀ ਕਹਿ ਰਹੇ, ਮੈਂ ਤਾਂ ਅੱਜ ਦਾ ਜ਼ਿਕਰ ਨਾਲ ਕਰਦਾ, ਮੇਰਾ ਫਰਜ਼ ਪੋਥੀ ਤਾਂ ਭਾਈ ਸਾਹਿਬ ਪੜ੍ਹੀ ਹੋਣੀ ਤੇ ਮੈਂ ਤੋਰੀ ਜਾਣੀ ਹੈ, ਪਰ ਮੈਂ ਕਹਿੰਦਾ ਇਹ ਕਥਾ 'ਚੋਂ ਕੁਝ ਲੱਭਿਆ ਜਾਵੇ ਆਪਾਂ ਨੂੰ। ਸੰਗਤ ਵੇਖ ਰਹੀ ਹੈ ਕਿ ਮਾਤਾ ਜੀ ਗੁਰੂ ਨਾਨਕ ਸਾਹਿਬ ਨੂੰ ਸਾਰੀ ਰਾਤ ਹੱਥਾਂ 'ਚ ਝੂਟੇ ਦੇ ਦੇ ਕੇ
ਜਦੋਂ ਥੱਲੇ ਰੱਖਦੇ ਕਵੀ ਜੀ ਕਹਿੰਦੇ ਮਹਾਰਾਜ ਬੜੇ ਸ਼ੈਤਾਨ ਸੀ। ਮਹਾਰਾਜ ਜਦੋਂ ਮਾਤਾ ਜੀ ਰੱਖਦੇ ਫਿਰ ਰੋਣ ਲੱਗ ਪੈਂਦੇ ਸੀ, ਆਖੋ ਸਤਨਾਮ। ਤੇ ਫਿਰ ਮਾਤਾ ਜੀ ਇੱਦਾਂ ਹੱਥਾਂ ਦਾ ਭੰਗੂੜਾ ਬਣਾ ਕੇ ਤੇ ਮਹਾਰਾਜ ਨੂੰ ਝੂਟੇ ਦਿੰਦੇ ਹਨ। ਜੁਗਲ ਘਟੀ ਪਲਨਾ ਪਰਸੋਏ। ਔਰ ਕਹਿੰਦੇ ਫਿਰ ਜਦੋਂ ਮਾਤਾ ਜੀ ਭੰਗੂੜੇ 'ਚ ਪਲੰਗੇ ਤੇ ਮਹਾਰਾਜ ਜੀ ਨੂੰ ਸੁਭਾਏਮਾਨ ਕਰਕੇ ਵੀ ਹੁਣ ਸੌਂ ਗਏ, ਤੇ ਜਦੋਂ ਕੋਈ ਕਾਰਜ ਕਰਦੇ ਸਨ ਜਾਗੇ ਬਹੁਰ ਨ ਚੇਤਨ ਹੋਏ। ਕਹਿੰਦੇ ਅਜੇ ਮਾਤਾ ਜੀ 2 ਹੀ ਕਦਮ ਛੱਡ ਕੇ ਦੂਰ ਹੁੰਦੇ ਸੀ ਤੇ ਮਹਾਰਾਜ ਸਾਹਿਬ ਜੀ ਉਸੇ ਵੇਲੇ ਰੋਣ ਲੱਗ ਪੈਂਦੇ ਸੀ। ਫਿਰ ਆਵਾਜ਼ ਮਾਰ ਲੈਂਦੇ ਸੀ ਕਿ ਮਾਂ ਆ ਜਾ ਵਾਪਸ। ਲਗੇ ਬਾਲ ਲੀਲਾ ਪੁਨ ਕਰਨੇ। ਕਹਿੰਦੇ ਬਾਲ ਲੀਲਾ ਉਹਨਾਂ ਦੀ ਬੜੀ ਸੁੰਦਰ ਸੀ। ਪਗੜੇ ਪਰਨਾ ਹੋਏ ਪਗ ਪਰਨੇ। ਔਰ ਕਹਿੰਦੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਥੋੜੇ ਜਿਹੇ ਵੱਡੇ ਹੋਣ ਲੱਗੇ, ਜਦੋਂ ਉਹਨਾਂ ਨੂੰ ਕੋਈ ਆਸਰਾ ਮਿਲਦਾ ਪੀੜੇ ਦਾ, ਮੰਜੇ ਦਾ, ਕੁਰਸੀ ਦਾ, ਤੇ ਫਿਰ ਉਹ ਹੌਲੀ ਜੀ ਹੱਥ ਪਾ ਕੇ ਜਿੱਦਾਂ ਛੋਟੇ ਬੱਚੇ ਹੌਲੀ ਹੌਲੀ ਖੜਾ ਹੋਣਾ ਸਿੱਖਦੇ ਨੇ। ਇਸ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਦੀ ਪਿਆਰੀ ਕਥਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਾਂ ਨੂੰ ਵੀ ਦਰਸ਼ਨ ਹੋ ਰਹੇ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। 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 ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਹਾਰਾ ਲੈ ਕੇ ਕੰਧ ਦਾ ਜਾਂ ਕਿਸੇ ਡੰਡੇ ਦਾ, ਪਰ ਕਿਸੇ ਨੂੰ ਕੀ ਪਤਾ ਸੀ ਵੀ ਇਹ ਲੀਲਾ ਕਰ ਰਹੇ ਹੈ। ਲੀਲਾ ਸ਼ਬਦ ਨਾਲ ਚੇਤੇ ਰੱਖਿਓ, ਰੱਬ ਨੂੰ ਵੈਸੇ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਜੇ, ਪਰ ਲੀਲਾ ਹੋ ਰਹੀ ਬਚਪਨ ਦੀ। ਕਿਸੇ ਨੂੰ ਕੀ ਪਤਾ ਜਿਹੜਾ ਲੀਲਾ 'ਚ ਸਹਾਰਾ ਲੈ ਕੇ ਖੜਾ ਹੁੰਦਾ ਏ, ਇੱਕ ਦਿਨ ਸਾਰੀ ਸ੍ਰਿਸ਼ਟੀ ਨੇ ਬਾਬਾ ਨਾਨਕਾ ਤੇਰੇ ਸਹਾਰੇ ਨਾਲ ਹੀ ਖੜੋਣਾ ਏ। ਅੱਜ ਅਸਮਾਨ ਦੇ ਥੱਲੇ ਕੋਈ ਥੰਮੀ ਨਹੀਂ ਆ, ਕਾਦੇ ਤੇ ਖੜੋਤਾ? ਗੁਰੂ ਨਾਨਕ ਦੇ ਸਹਾਰੇ ਤੇ। ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਕਾਦੇ ਤੇ ਖੜੋਤਾ? ਗੁਰੂ ਨਾਨਕ ਦੇ ਸਹਾਰੇ ਤੇ। ਅੱਜ ਵੀ ਜਦੋਂ ਪਲੇਨ ਉਡਾਨ ਭਰਦਾ ਹੈ ਤੇ ਅਰਦਾਸ ਕਰਦੇ ਪਾਇਲਟ, ਤੇ 400 ਜੀ ਲੈ ਕੇ ਲੋਹਾ ਉੱਡ ਰਿਹਾ ਆਕਾਸ਼ ਦੇ ਵਿੱਚ, ਕਿਹਦੇ ਸਹਾਰੇ? ਗੁਰੂ ਨਾਨਕ ਸਾਹਿਬ ਜੀ ਦੇ। ਇਸ 'ਚ ਕੋਈ ਸ਼ੱਕ ਨਹੀਂ। ਹੁਣ ਤਾਂ ਗੋਰੇ ਲੋਕ ਵੀ ਬਹੁਤ ਪਿਆਰ ਕਰਦੇ ਧਰਮ ਨੂੰ। ਕਈ ਥਾਵਾਂ ਦੀ ਵੀਡੀਓ ਆਈ, ਪਲੇਨ ਉੱਡਣ ਤੋਂ ਪਹਿਲਾਂ ਅਰਦਾਸ ਹੁੰਦੀ ਪਲੇਨ ਦੇ ਵਿੱਚ। ਤੋ ਇਹ 'ਚ ਕੋਈ ਸ਼ੱਕ ਨਹੀਂ, ਗੁਰੂ ਨਾਨਕ ਦੀ ਸੋਭਾ ਦੂਣੀ ਚੌਣੀ ਹੈ। ਪੂਰੀ ਦੁਨੀਆ ਦੇ ਵਿੱਚ ਮਹਾਰਾਜ ਦੀ ਵਡਿਆਈ ਤੇ ਜਸ ਹੋ ਰਿਹਾ ਹੈ। ਚਰਨ ਬਲ ਹੋਵੇ ਠਾਡੇ। ਕਹਿੰਦੇ ਮਹਾਰਾਜ ਫਿਰ ਆਪਣੇ ਚਰਨਾਂ ਤੇ ਖੜੇ ਹੋ ਜਾਂਦੇ ਹਨ। ਕਿੰਨੇ ਕਰਮਾਂ ਵਾਲੇ ਉਸ ਰਾਏ ਭੋਏ ਦੀ ਤਲਵੰਡੀ ਦੇ ਬੱਚੇ ਹੋਣਗੇ ਜਿਹੜੇ ਬਾਬੇ ਦੇ ਹਾਣੀ ਹੈ। ਆਖੋ ਸਤਿਨਾਮ। ਵਾਹਿਗੁਰੂ। ਜਿਨ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਖੇਡਿਆ ਕਰਦੇ ਹਨ। ਸ਼ਬਦ ਪਲਾਵਤ ਹੋਵਤ। ਕਹਿੰਦੇ ਫਿਰ ਮਹਾਰਾਜ ਸਾਹਿਬ ਪਟਵਾਰੀ ਦੇ ਪੁੱਤਰ ਸੀ, ਅਜੇ ਬਚਪਨਾ ਸੀ ਤੇ ਮਾਤਾ ਜੀ ਨੇ ਗਹਿਣੇ ਬੜੇ ਪਾਏ, ਤੇ ਜਦੋਂ ਸਤਿਗੁਰੂ ਖੇਡਦੇ ਤੇ ਉਹ ਗਹਿਣੇ ਜਿਹੜੇ ਬੜੇ ਆਵਾਜ਼ ਕਰਦੇ ਹੈ, ਛਣ ਛਣ ਦੀ ਆਵਾਜ਼, ਖੜਕਾ, ਤੇ ਬੜੇ ਸੁੰਦਰ ਲੱਗਦੇ ਹਨ। ਕਹਿੰਦੇ ਬਾਕੀ ਬੱਚੇ ਵੀ ਮਹਾਰਾਜ ਦੇ ਹਾਣੀ ਨੇ, ਪਰ ਗੁਰੂ ਨਾਨਕ ਸਾਹਿਬ ਦੇ ਨੈਣ ਜਿਹੜੇ ਇੰਨੇ ਛਬੀਲੇ ਭਾਵ ਰਸ ਦੇ ਭਰੇ, ਜਿਹਨੂੰ ਵੀ ਮਹਾਰਾਜ ਆਪਣੇ ਨੈਣ ਨਾਲ ਵੇਖ ਲੈਂਦੇ ਉੱਥੇ ਹੀ ਰੁਕ ਜਾਂਦਾ। ਆਖੋ ਵਾਹਿਗੁਰੂ। ਇਹ ਸੱਚ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮੇਰਾ ਦਿਲ ਕਰਦਾ ਆਪਾਂ ਪੜੀਏ ਸਾਰੇ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ।
ਅੱਜ ਉਹ ਤਰਸਦੀਆਂ ਮੇਰੇ ਪਿਆਰੇ, ਅੱਜ ਉਹ ਤਰਸਦੀਆਂ। ਮੇਰੇ ਗੁਰੂ ਨਾਨਕ ਸਾਹਿਬ, ਸਾਡੀਆਂ ਗਰੀਬਾਂ ਦੀਆਂ ਅੱਖਾਂ ਤਰਸਦੀਆਂ, ਕਿਤੇ ਸਾਨੂੰ ਸੁਪਨੇ ਦੇ ਵਿੱਚ ਹੀ ਝਲਕ ਦੇ ਦਿਓ, ਕਿਉਂਕਿ ਅੱਖਾਂ ਤੋਂ ਸ਼ੁਰੂ ਹੁੰਦਾ ਸਰੀਰ ਦਾ ਪਾਠ। ਅੱਖਾਂ ਦੇ ਵਿੱਚ ਜਿਹੜੀ ਚੀਜ਼ ਆਪਾਂ ਵੇਖਣੀ ਉਹ ਅੰਦਰ ਉਤਰ ਜਾਂਦੀ, ਉਤਰਦੀ ਕਿ ਨਹੀਂ? ਮੰਨ ਲਓ ਅੱਖਾਂ ਨੇ ਵੇਖਿਆ ਕਿਸੇ ਦਾ ਸੋਹਣਾ ਘਰ, ਤੇ ਉਸੇ ਵੇਲੇ ਅੰਦਰ ਉਤਰ ਗਿਆ ਵੀ ਕਿਤੇ ਮੇਰਾ ਵੀ। ਅੱਖਾਂ ਨੇ ਵੇਖੇ ਕਿਸੇ ਦੇ ਕੱਪੜੇ, ਤੇ ਉਸੇ ਵੇਲੇ ਅੰਦਰ ਆ ਗਿਆ ਕਿਤੇ ਮੈਂ ਵੀ। ਅੱਖਾਂ ਨੇ ਵੇਖਿਆ ਗਹਿਣਾ ਪਾਇਆ, ਤੇ ਅੰਦਰ ਉਤਰ ਆਇਆ ਕਿਤੇ ਮੈਂ ਵੀ। ਕਹਿੰਦੇ ਮਹਾਰਾਜ ਕਿਤੇ ਤੇਰੇ ਦਰਸ਼ਨ ਹੋ ਜਾਣ ਤੇ ਮੇਰੇ ਅੰਦਰ ਚਾਅ ਪੈਦਾ ਹੋ ਜੇ, ਕਿਤੇ ਮੈਂ ਵੀ ਗੁਰੂ ਨਾਨਕ ਤੈਨੂੰ ਰਜ ਰਜ ਕੇ ਵੇਖਾਂ। ਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ, ਫਿਰ ਮਹਾਰਾਜ ਕਹਿੰਦੇ ਕੀ ਬਾਣੀ 'ਚ, ਗੁਰੂ ਨਾਨਕ ਜਿਨ ਸੁਣਿਆ ਸੇ ਫਿਰ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਮੁੜ ਕੇ ਢਿੱਡ 'ਚ ਨਹੀਂ ਪਏ। ਆ ਢਿੱਡ ਨੂੰ ਗਰਭਾਸ, ਇਹਦੇ ਵਿੱਚ ਜਦੋਂ ਆਪਾਂ ਜਾਈਦਾ ਬੜੀ ਗੰਦਗੀ ਢਿੱਡ 'ਚ, ਚਾਹੇ ਉਹ ਮੱਝ ਦਾ ਢਿੱਡ ਹੋਵੇ, ਬੱਕਰੀ ਦਾ ਢਿੱਡ ਹੋਵੇ, ਕੁੱਤੇ ਦਾ, ਸੂਰ ਦਾ, ਹੈ ਤਾਂ ਗਰਭ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਉਹ ਤੁਸੀਂ ਸੋਨਾ ਚਾਂਦੀ ਕੋਠੀਆਂ ਗੱਡੀਆਂ ਮੰਗਦੇ ਰਹਿੰਦੇ, ਬਾਬੇ ਨਾਨਕ ਦੇ ਦਰਸ਼ਨ ਮੰਗਿਆ ਕਰੋ, ਕਿਉਂਕਿ ਮੁੜ ਕੇ ਫਿਰ ਆ ਢਿੱਡ ਤੋਂ ਬਾਜਾਂਗੇ। ਇਹ ਜੂਨਾਂ ਬਹੁਤ ਮਾੜੀਆਂ ਤੰਗ ਕਰਨ ਵਾਲੀਆਂ ਹਨ, ਇਹ ਨਰਕ ਹੀ ਹੈ ਨਿਰਾ। ਇਸ ਕਰਕੇ ਮਹਾਰਾਜ ਸਾਹਿਬ ਤੋਂ ਉਹ ਚੀਜ਼ ਮੰਗਿਆ ਕਰੋ, ਦਾਤਾ ਉਹ ਨਾ ਮੰਗੀਆ ਫਿਰ ਮੰਗਣ ਜਾਈਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਸਾਗਰ, ਦਇਆ ਦੇ ਦਾਤੇ ਕਹਿੰਦੇ ਨੇ ਰਹਿਮਤ ਦਾ ਮੀਂਹ ਪੈਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਮੈਨੂੰ ਤੁਸੀਂ ਕਿਰਪਾ ਕਰਕੇ ਆਪਣੇ ਦਰਸ਼ਨ ਦਿਓ। ਇੱਕ ਪ੍ਰੇਮੀ ਨੇ ਸਵਾਲ ਕੀਤਾ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੂੰ ਕਿੱਦਾਂ ਵੇਖਿਆ ਜਾਵੇ? ਮੈਂ ਕਿਹਾ ਸਹਿਜ ਪਾਠ ਆਰੰਭ ਕਰੋ। ਹਾਂਜੀ, ਸਹਿਜ ਪਾਠ ਆਰੰਭ ਕਰੋ। ਕੋ ਵੈਸੇ ਵੀ ਵਿਚਾਰ ਹੈ ਵੀ ਚਲੋ ਮਹਾਰਾਜ ਜੋ ਕਰੀਏ ਹੋ ਜਾਂਦਾ, ਵੈਸੇ ਵੀ ਜਿੱਦਾਂ ਸਹਿਜ ਪਾਠ ਚੱਲ ਰਿਹਾ ਤੇ ਕਾਫੀ ਤਕਰੀਬਨ 1000 ਅੰਗ ਦੇ ਨੇੜੇ ਤੇੜੇ ਹੈ ਨਾ। ਤੋ ਇਸ ਕਰਕੇ ਜਦੋਂ ਭੋਗ ਪੈਣੇ ਆ ਤੇ ਇੱਕ ਯਤਨ ਹੈ ਕਿ ਚਲੋ ਮਹਾਰਾਜ ਜ਼ਿੰਦਗੀ ਬਖਸ਼ੇ ਕਿ ਇੱਕ ਭੋਗ ਪਵੇ ਤੇ ਦੂਜਾ ਫੇਰ ਆਰੰਭ ਹੋ ਜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਜੇ ਕਿਸੇ ਦੀ ਭਾਵਨਾ ਵੀ ਹੋਵੇ ਕੋਈ, ਮਹਾਰਾਜ ਸੱਚੇ ਪਾਤਸ਼ਾਹ ਆਪ ਥਾਏ ਪਾਉਣ ਵੀ ਜਿਹੜਾ ਬੰਦਾ ਕਰ ਨਹੀਂ ਸਕਦਾ ਜਾਂ ਗਰੀਬ ਹੈ ਤੇ ਉਹ ਆਪਣਾ ਨਾਂ ਦੇ ਸਕਦਾ ਵੀ ਚਲੋ ਆਪਾਂ ਹਰ ਸੰਗਰਾਂਦ ਦੇ ਉੱਤੇ ਕਿਸੇ ਸਿੰਘ ਦੀ ਡਿਊਟੀ, ਕਿਉਂਕਿ ਦਾਸਾਂ ਦੀ ਡਿਊਟੀ ਤਾਂ ਅੱਗੇ ਡਬਲ ਹੈ, ਤੇ ਪਾਠ ਕਰਨ ਲਈ ਸਿੰਘ ਚਾਹੀਦਾ ਆਰਾਮ ਵਾਲਾ, ਕਿਉਂਕਿ ਰੋਜ਼ ਦਾ 100 ਅੰਗ ਪਾਠ ਹੋਵੇ ਤੇ ਫਿਰ ਜਾ ਕੇ ਗੁਰੂ ਨਾਨਕ ਸਾਹਿਬ ਦਇਆ ਕਰਨ 50 ਅੰਗ ਹੋਣ ਤੇ 15 ਦਿਨਾਂ ਦੇ ਵਿੱਚ, ਤੇ 100 ਅੰਗ 1430। ਹਾਂਜੀ, ਇਸ ਕਰਕੇ ਤਕਰੀਬਨ ਹੀ 100 ਜਿਹੜਾ ਅੰਗ ਹੈ ਉਹਨੂੰ ਪੜ੍ਹਿਆ ਜਾਵੇ, 50 ਪੜ੍ਹੇ ਜਾਣ, ਤੇ ਫਿਰ 1 ਮਹੀਨੇ ਬਾਅਦ ਸੰਗਰਾਂਦ 'ਤੇ ਗੁਰੂ ਨਾਨਕ ਦੇ ਦਰਸ਼ਨ। ਇਹ ਮਹਾਂਪੁਰਖਾਂ ਦੇ ਵੀ ਵਚਨ ਸੀ ਵੀ ਅੱਜ ਵੀ ਗੁਰੂ ਨਾਨਕ ਨੂੰ ਸੁਣਨਾ ਵੇਖਣਾ ਜੇ ਨਾ, ਤੇ ਪੂਰਾ ਸਹਿਜ ਪਾਠ ਜਿਹੜੇ ਕਰ ਸਕਦੇ ਹੋ ਜ਼ਰੂਰ ਕਰੋ। ਇੱਥੇ ਤਾਂ ਚੱਲ ਹੀ ਰਿਹਾ ਹੈ ਮਹਾਰਾਜ ਦੀ ਕਿਰਪਾ ਨਾਲ, ਤੇ ਹੁਣ ਸੱਚੇ ਪਾਤਸ਼ਾਹ ਜ਼ਿੰਦਗੀ ਬਖਸ਼ਣ, ਤੇ ਜੇ ਕੋਈ ਪ੍ਰੇਮੀ ਦਾ ਹੁਕਮ ਹੋਵੇ ਤੇ ਠੀਕ ਹੈ, ਨਹੀਂ ਤਾਂ ਇਹ ਤਾਂ ਰੱਬ ਦੇ ਪਿਆਰੇ ਜਿਨ੍ਹਾਂ ਦੇ ਸਿਰ 'ਤੇ ਹੱਥ ਰੱਖਿਆ, ਇਹ ਤਾਂ ਚੱਲ ਹੀ ਰਹੀ ਸੇਵਾ, ਇਹਨੂੰ ਹੁਣ ਆਪਾਂ ਚਲਾਈ ਜਾਣਾ। ਜਦੋਂ ਭੋਗ ਪੈ ਗਏ ਤੇ ਫਿਰ ਨੇਮ ਦੇ ਨਾਲ ਹਰ ਸੰਗਰਾਂਦ ਦੇ ਉੱਤੇ ਜਿਹਦੀ ਵਾਰੀ ਆ ਜੇ ਕੋਈ ਭਾਵਨਾ ਵਾਲਾ, ਮਹਾਰਾਜ ਆਪੇ ਬਲ ਬਖਸ਼ ਦੇਣਾ। ਸੋ ਫੁਰਨਾ ਇੱਦਾਂ ਹੀ ਬਣ ਗਿਆ, ਬੈਠੇ ਬੈਠੇ ਆਖੋ ਵਾਹਿਗੁਰੂ, ਕਿਉਂਕਿ ਗੁਰੂ ਨਾਨਕ ਸਾਹਿਬ ਸ਼ਬਦ ਦੇ ਵਿੱਚ ਹੈ, ਤੇ ਜਿਨ੍ਹਾਂ ਨੇ ਪੂਰੇ ਸਰੂਪ ਦੇ ਦਰਸ਼ਨ ਕਰਨੇ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਾਂ ਪੜ੍ਹ ਲੈਣ ਤੇ ਜਾਂ ਬਹਿ ਕੇ ਸੁਣ ਲੈਣ। ਤੇ ਜਿੰਨੇ ਗੁਰੂ ਨਾਨਕ ਸਾਹਿਬ ਨੂੰ ਸੁਣਨਾ ਵੇਖਣਾ, ਕਿਉਂਕਿ ਮਹਾਰਾਜ ਸ਼ਬਦ ਦੇ ਵਿੱਚ ਸੁਭਾਏ ਮਾਣ ਹੈ, ਤਾਂ ਕਰਕੇ ਜਦੋਂ ਖੁਦ ਨਿਰੰਕਾਰ ਆਉਂਦਾ ਹੈ ਤੇ ਰੋਗੀਆਂ ਦੇ ਰੋਗ ਖਤਮ ਹੋ ਜਾਂਦੇ ਹੈ, ਕੋੜੀਆਂ ਦੇ ਕੋੜ ਖਤਮ ਹੋ ਜਾਂਦੇ, ਗੁੰਗਿਆਂ ਨੂੰ ਜ਼ੁਬਾਨ ਮਿਲ ਜਾਂਦੀ ਹੈ, ਪਿੰਗਲੇ ਪਹਾੜੀ ਤੇ ਚੜ ਜਾਂਦੇ ਹਨ। ਔਰ ਕਹਿੰਦੇ ਹਨ ਕਿ ਜੇ ਮਾਂ ਬੁਲਾਉਂਦੀ ਹੈ ਕਿ ਨਾਨਕ
ਮੇਰੇ ਪਿਆਰੇ ਨਾਨਕ ਘਰੇ ਆ ਜਾ। ਥੋੜਾ ਜਿਹਾ ਝਾਤੀ ਮਾਰ ਜਾਂਦੇ ਆ ਤੇ ਜਦੋਂ ਮਾਂ ਕੰਮ 'ਚ ਲੱਗ ਜਾਂਦੀ ਹੈ, ਕਹਿੰਦੇ ਮਾਤਾ ਤੋਂ ਅੱਖ ਬਚਾ ਕੇ ਫੇਰ ਗਲੀ ਦੇ ਵਿੱਚ ਹਾਣੀਆਂ ਨਾਲ ਖੇਡਣ ਵਾਸਤੇ ਭੱਜ ਜਾਂਦੇ ਹਨ। ਔਰ ਕਹਿੰਦੇ ਹਨ ਕਿ ਮਾਤਾ ਜੀ ਸੱਦ ਕੇ ਜਾ ਕੇ ਚੁੱਕ ਕੇ ਲਿਆਉਂਦੇ ਕਿ ਸਵੇਰ ਤੋਂ ਸ਼ਾਮਾਂ ਤੱਕ ਖੇਡ ਕੇ ਰੱਜਦੇ ਹੀ ਨਹੀਂ। ਆਓ ਇੱਧਰ ਪ੍ਰਸ਼ਾਦਾ ਤੇ ਛਕ ਲਓ। ਸਾਧ ਸੰਗਤ ਅੱਜ ਤੱਕ ਖਤਮ ਹੋ ਗਿਆ ਸਭ ਕੁਝ। ਮੇਰਾ ਰੱਬ ਵੀ ਖੇਡਦਾ ਰਿਹਾ ਗਲੀਆਂ 'ਚ, ਅੱਜ ਬੱਚਾ ਖੇਡਦਾ ਵੇਖਿਆ ਕਦੇ? ਖਤਮ ਕਰਤੀ ਕਹਾਣੀ। ਮਾਇਆ ਦਾ ਪ੍ਰਭਾਵ ਹੀ ਇੰਨਾ ਕੁ ਪੈ ਗਿਆ। ਅੱਗੇ 5 ਸਾਲਾਂ ਦਾ ਸਕੂਲੇ ਪਾਉਂਦੇ ਹੁੰਦੇ ਸੀ, ਹੁਣ 2.5 ਦਾ ਹੀ ਪਾ ਦਿੰਦੇ ਆ। ਉਹ ਤਾਂ ਕਰੋਨਾ ਕਰਕੇ ਬੱਚੇ ਭੰਗੜਾ ਪਾਉਂਦੇ ਆ। ਕਹਿੰਦੇ ਨਹੀਂ ਤੇ ਐਤਵਾਰ ਹੁੰਦਾ ਸੀ ਤੇ ਬੀਬੀਆਂ ਨੇ ਪਤਾ ਕੀ ਕਹਿਣਾ, ਅੱਜ ਸਿਆਪਾ ਗਲ ਪੈ ਗਿਆ, ਮਰਜੀ ਐਤਵਾਰ ਆ ਗਿਆ, ਸਾਰਾ ਦਿਨ ਤੌਣਗੇ। ਤੇ ਬੱਚੇ ਵਿਚਾਰੇ ਤੇ ਉਹ ਮਹਾਰਾਜ ਦੀ ਖੇਡ ਸੀ, ਉਹਨੇ ਬਿਮਾਰੀ ਕਰਕੇ ਕਿਹਾ ਹੋਣਾ ਹੁਣ ਪੱਕਾ ਹੀ ਐਤਵਾਰ ਬਣਾਉ। ਜਦੋਂ ਆਪਾਂ ਕੁਦਰਤ ਨਾਲ ਖੇਡਦੇ ਹਾਂ ਨਾ, ਫਿਰ ਰੱਬ ਵੀ ਖੇਡਦਾ ਤੇ ਖੇਡਿਆ ਹੀ ਆ ਉਹ। ਕਿ ਆਪਾਂ ਨੂੰ ਇੱਕੋ ਹੀ ਬਸ ਹਨੇਰੀ ਲੱਗੀ, ਮਾਫ ਕਰਿਓ, ਆਪਾਂ ਪਰਿਵਾਰ ਬੈਠੇ, ਮੈਂ ਮਾਫੀ ਮੰਗ ਕੇ, ਕੋਈ ਦਿਲ 'ਤੇ ਨਾ ਲਾਵੇ। ਆਪਾਂ ਬੱਚਿਆਂ ਦਾ ਬਚਪਨਾ ਖੋਇਆ ਕਿ ਨਹੀਂ? ਇਮਾਨਦਾਰੀ ਨਾਲ ਦੱਸਿਓ, ਖੋਇਆ ਨਾ? ਕਿਉਂਕਿ ਬੱਚੇ ਪਹਿਲੇ ਆਪਣੀ ਉਮਰ ਵੇਖੋ, ਜਦੋਂ ਆਪਾਂ ਬੱਚੇ ਸੀ ਤੇ 5-6 ਸਾਲ ਤੱਕ ਕਿਹਨੂੰ ਪਤਾ ਸੀ ਪੜ੍ਹਾਈ ਦਾ। ਖੇਡ ਪਿਆਰੀ ਹੁੰਦੀ ਸੀ, ਰਾਤ ਨੂੰ 10-10 ਵਜੇ ਤਾਈਂ ਖੇਡਣਾ। ਤੇ ਹੁਣ ਅੱਜ ਦੀ ਪਨੀਰੀ ਤੇ ਵਿਚਾਰੀ ਨੂੰ ਖਤਮ ਕਰਤਾ। ਹੁਣ ਤੇ ਇੱਕੋ ਚੀਜ਼ ਆ ਵੀ ਬਸ ਮਿੰਟੋ ਮਿੰਟੀ ਪੜ੍ਹ ਲਏ ਤੇ ਮਿੰਟੋ ਮਿੰਟੀ ਬੈਂਡ ਲੈ ਲਏ ਤੇ ਬਾਹਰ ਚਲੇ ਜੇ। ਉੱਥੇ ਜਾ ਕੇ ਵਿਚਾਰੇ ਨੂੰ ਕਿਹੜਾ ਕਿਸੇ ਨੇ ਪੱਖਾ ਝੱਲਣਾ, ਆਪੇ ਹੀ ਭਾਂਡੇ ਤੇ ਆਪੇ ਹੀ ਰੋਟੀਆਂ ਤੇ ਆਪੇ ਹੀ ਕੱਪੜੇ। ਤੇ ਜੇ ਬਿਮਾਰ ਹੋ ਗਿਆ ਤੇ ਲਾਗੇ ਵੀ ਨਹੀਂ ਕੋਈ ਬਹਿੰਦਾ। ਇੱਥੇ ਤੇ ਇੱਕ ਸਿਰ ਪੀੜ ਹੋਵੇ ਤੇ ਕਦੀ ਦਾਦਾ ਕੋਲੇ ਆ ਕੇ ਬਹਿ ਜਾਂਦਾ, ਕਦੇ ਦਾਦੀ ਬਹਿ ਜਾਂਦੀ, ਕਦੇ ਮਾਸੀ ਆ ਜਾਂਦੀ, ਮੇਰੇ ਪੁੱਤ ਨੂੰ ਕੀ ਹੋਇਆ। ਉੱਥੇ ਕੋਈ ਨਹੀਂ ਜੇ ਆਉਂਦਾ, ਉੱਥੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤਾਂ ਇਸ ਕਰਕੇ ਥੋੜ੍ਹਾ ਜਿਹਾ ਦਿਲ ਦੀ ਗੱਲ ਤੁਹਾਡੇ ਨਾਲ ਮੈਂ ਕਰ ਜਾਂਦਾ ਏ ਕਿ ਮੇਰਾ ਰੱਬ ਵੀ ਬਚਪਨ 'ਚ ਖੇਡਦਾ ਰਿਹਾ ਤੇ ਅੱਜ ਅਸੀਂ ਬੱਚਿਆਂ ਦਾ ਬਚਪਨ ਹੀ ਖੋਲਿਆ। ਵਿਚਾਰਿਆਂ ਦੀਆਂ ਗਲੀਆਂ ਖੇਡਾਂ ਸਭ ਖੋਲੀਆਂ, ਬਸ ਨਿੱਕੇ ਨਿੱਕੇ ਜੇ ਬਿਠਾਏ ਆ, ਚਪੇੜਾਂ ਮਾਰ ਮਾਰ ਕੇ, ਦਬਕੇ ਮਾਰ ਮਾਰ ਲਹੂ ਸੁਕਾਇਆ ਪਿਆ। ਦੂਜਿਆਂ ਦੇ ਬੱਚੇ ਨੇ ਇੰਨੇ ਨੰਬਰ ਲੈ ਲਏ, ਤੈਨੂੰ ਆਏ ਨਹੀਂ, ਮਾਰ ਦਿਓ। ਮੈਂ ਕਿਹਾ ਕੁੱਟ ਕੁੱਟ ਕੇ ਆਖੋ, ਮੇਰੀ ਘਰ 'ਚ ਲੜਾਈ ਹੋ ਜਾਂਦੀ ਹੈ ਵੀ ਜੋ ਕਰਮਾਂ ਦਾ। ਅਸੀਂ ਵੀ ਤਾਂ ਰੋਟੀ ਖਾਂਦੇ ਹੀ ਆ, ਸੋਹਣੇ ਕੱਪੜੇ ਪਾਉਣੇ ਆ, ਭਾਵੇਂ ਸਾਨੂੰ ਕੋਈ ਪੜ੍ਹਾਈ ਨਹੀਂ ਆਉਂਦੀ, ਨਲਾਇਕ ਹਾਂ। ਪਹਿਲੇ ਅਨਪੜ੍ਹ ਆਪਣੇ ਹੁੰਦੇ ਸੀ, ਸੋਹਣੇ ਸਰੀਰ ਸੀ, ਜਵਾਨ, ਰੋਟੀ ਖਾਂਦੇ ਰਹੇ। ਕਿਉਂ ਵਿਚਾਰਿਆਂ ਦਾ ਲਹੂ ਸੁਕਾ ਕੇ ਰੱਖ ਦਿੱਤਾ? ਤੁਸੀਂ ਆਖੋ ਸਤਿਨਾਮ। ਬਚਪਨਾ ਤੁਸੀਂ ਖੋਲ੍ਹਿਆ, ਜਵਾਨੀ ਉਹਨਾਂ ਦੀਆਂ ਫੈਮਲੀਆਂ ਨੇ ਖੋਹ ਲੈਣੀ ਹੈ। ਕਿਉਂਕਿ ਵਿਆਹ 'ਤੇ 2-4 ਮਹੀਨੇ ਬੰਦਾ ਘਰੇ ਟਿਕਦਾ, ਮੁੜ ਕੇ ਕਹਿੰਦੇ ਚਲੋ ਜੀ ਜ਼ਿੰਮੇਵਾਰੀ ਵੱਧ ਗਈ ਆ, ਹੁਣ ਕੰਮ ਕਰੋ ਤੇ ਮਗਰ ਨਹੀਂ ਵੇਖਣਾ, ਬੱਚਿਆਂ ਦੀਆਂ ਫੀਸਾਂ ਵੇਖਣੀਆਂ। ਜਿਉਂ ਵਿਚਾਰੇ ਨੂੰ ਘਰੋਂ ਕੱਢਿਆ, ਬਸ ਕਈ ਵਾਰੀ ਤਾਂ ਮਾਫੀ ਦੇ ਦਿਓ, ਬੱਚੇ ਪੜ੍ਹ ਲਿਖ ਕੇ ਜਵਾਨ ਹੁੰਦੇ ਤੇ ਕਈਆਂ ਵਿਚਾਰਿਆਂ ਨੂੰ ਵੇਖਣੇ ਨਹੀਂ ਮਿਲਦੇ। ਇੱਕ ਸੱਜਣ ਮੇਰਾ 17 ਸਾਲ ਬਾਹਰ ਗਿਆ, 1 ਸਾਲ ਦਾ ਬੱਚਾ ਛੱਡ ਕੇ ਗਿਆ ਸੀ, ਅੱਜ 17 ਸਾਲਾਂ ਦਾ ਬੱਚਾ ਹੋ ਗਿਆ ਤੇ ਉੱਥੋਂ ਪਿਓ ਦੀ ਬੋਡੀ ਆਈ। ਇਹ ਜਦੋਂ ਇਹਨਾਂ ਗੱਲਾਂ ਵੱਲ ਵੇਖੀਦਾ ਫਿਰ ਮਨ ਜਿਹਾ ਭਰਦਾ, ਕੀ ਦੁਨੀਆ ਕੀ ਕਰਦੇ ਫਿਰਦੇ ਆਪਾਂ। ਮਹਾਰਾਜ ਦੀ ਬਾਣੀ ਛੱਡਤੀ, ਸੇਵਾ ਛੱਡਤੀ, ਹੱਸਣਾ ਛੱਡਤਾ, ਇੱਕ ਦੂਜੇ ਨਾਲ ਬੋਲਣਾ ਛੱਡਤਾ। ਇੱਕੋ ਹੀ ਚੀਜ਼ ਮਾਇਆ। ਮਾਇਆ ਮਾਇਆ ਸਭ ਕੁਝ ਨਹੀਂ ਹੁੰਦਾ। ਠੀਕ ਹੈ, ਗੁਜਰਾਨ ਚਾਹੀਦਾ ਪੈਸਾ। ਇਸ ਕਰਕੇ ਕਵੀ ਜੀ ਕਹਿੰਦੇ ਮੇਰੇ ਨਾਨਕ ਜੀ ਨੂੰ ਮਾਤਾ ਭੱਜ ਕੇ ਚੁੱਕ ਕੇ ਲਿਆਉਂਦੇ ਤੇ ਮਹਾਰਾਜ ਜੀ ਛੇਤੀ ਛੇਤੀ ਚੂਰੀ ਖਾ ਕੇ ਤੇ ਫੇਰ ਦੌੜ ਜਾਂਦੇ ਹਨ। ਔਰ ਕਹਿੰਦੇ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ ਬੜੇ ਸੁੰਦਰ ਤੇ ਸੁਸ਼ੀਲ ਹਨ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪਿਆਰ ਦਾ ਖਾਣਾ ਛਕਾਉਂਦੇ ਮਾਤਾ ਤ੍ਰਿਪਤਾ ਜੀ। ਔਰ ਕਹਿੰਦੇ ਹਨ ਵਾਰ ਵਾਰ ਕੇ, ਕਹਿੰਦੇ ਪੁੱਤਰ ਜੀ ਤੁਸੀਂ ਗਲੀ 'ਚ ਨਾ ਜਾਇਆ ਕਰੋ, ਜਦੋਂ ਮੇਰੀਆਂ ਅੱਖਾਂ ਤੋਂ ਓਹਲੇ ਹੋ ਜਾਂਦੇ ਆ ਤੇ ਮੈਨੂੰ ਅੱਖਾਂ ਅੱਗੇ ਹਨੇਰਾ ਆ ਜਾਂਦਾ। ਕਿਸੇ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਜਦੋਂ ਨਿੱਕੇ ਜਿਹੇ ਸੀ ਨਾ ਤੇ ਹਵਾਈ ਜਹਾਜ਼ ਆਉਣਾ ਤੇ ਜਦੋਂ ਉਹਦੀ ਆਵਾਜ਼ ਆਉਣੀ ਤੇ ਮਾਂ ਨੇ ਬੋਕਰ ਫੇਰਦੀ ਹੋਣਾ ਤੇ ਭੱਜ ਕੇ ਜਾ ਕੇ ਲੱਤਾਂ ਨੂੰ ਚਿੰਬੜ ਜਾਣਾ, ਰੋਣ ਲੱਗ ਪੈਣਾ, ਕਹਿਣਾ ਪੁੱਤ ਉੱਥੇ ਉੱਡ ਗਿਆ ਉੱਡ ਗਿਆ। ਕਹਿੰਦੇ ਵਕਤ ਕਿੰਨਾ ਮਾੜਾ ਆ, ਜਿਹੜੇ ਜਹਾਜ਼ ਤੋਂ ਡਰ ਕੇ ਆਪਣੀ ਮਾਂ ਨੂੰ ਜੱਫੀ ਪਾ ਲੈਂਦਾ ਸੀ, ਅੱਜ ਉਸੇ ਜਹਾਜ਼ 'ਚ ਬਹਿ ਕੇ ਇੰਨੀ ਦੂਰ ਚਲੇ ਗਿਆ। ਮਾਂ ਵਿਚਾਰੀ ਤਰਸਦੀ 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 ਤੁਰ ਗਈ, ਕਿਤੇ ਪੱਕਾ ਹੋ ਜੇ, ਇੱਕ ਵਾਰੀ ਗੱਲ ਨਾ ਹੀ ਲਾ ਲਾਂ। ਉੱਧਰੋਂ ਮਾਂ ਦਾ ਭੋਗ ਪੈ ਗਿਆ ਤੇ ਉੱਧਰੋਂ ਪੇਪਰ ਆ ਗਏ।
ਉਧਰੋਂ ਪੱਕੇ ਹੋਣ ਦੇ ਪੇਪਰ ਆ ਗਏ ਤੇ ਮਗਰੋਂ ਵਿਚਾਰਾ ਆਇਆ ਤੇ ਫੋਟੋ ਲੱਗੀ, ਘਰ ਵੇਲਾ ਕੀ ਮਿਲ ਗਿਆ ਹੈ ਨਾ। ਇਸ ਕਰਕੇ ਕਿਤੇ ਨਾ ਕਿਤੇ ਦਿਲ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਤੁਹਾਡੇ ਨਾ। ਸਾਰਾ ਕੁਝ ਪੋਥੀ ਵਿੱਚੋਂ ਨਹੀਂ ਮੈਂ ਬਿਆਨ ਕਰਦਾ, ਪਹਿਲਾਂ ਹੀ ਦੱਸਦਾ, ਲਾਈਵ ਚੱਲਦਾ ਕੁਝ ਮੈਂ ਆਪਣੇ ਦਿਲ ਦੀਆਂ ਬਾਤਾਂ ਵੀ ਤੁਹਾਡੇ ਨਾਲ ਪਾ ਲੈਂਦਾ ਏ। ਤੋ ਇਸ ਕਰਕੇ ਅੱਜ ਕੁਝ ਨਾ ਕੁਝ ਗਵਾਇਆ ਵੀ ਆਪਾਂ। ਤੇ ਉਸੇ ਸਤਿਗੁਰੂ ਮਹਾਰਾਜ ਸਾਹਿਬ ਦੇ ਮਾਤਾ ਜੀ ਕਹਿੰਦੇ, ਲਾਲ ਜੀ ਤੁਸੀਂ ਜਦੋਂ ਗਲੀ 'ਚ ਚੱਲ ਜਾਂਦੇ ਘਰੋਂ ਬਾਹਰ, ਮੈਨੂੰ ਪਤਾ ਨਹੀਂ ਅੱਖਾਂ ਅੱਗੇ ਹਨੇਰ ਆ ਜਾਂਦਾ, ਤੁਸੀਂ ਮੈਨੂੰ ਛੱਡ ਕੇ ਨਾ ਜਾਇਆ ਕਰੋ। ਅੱਗੇ ਤਰੋ ਜੀ। ਇਹਨੂੰ ਵੀ ਪਿਆਰ ਹੋਇਆ, ਇੱਕੋ ਪੰਕਤੀ ਨੂੰ 3-3 ਵਾਰੀ ਪੜ੍ਹ ਜਾਂਦਾ ਆਖੋ ਸਤਿਨਾਮ। ਕਿਉਂਕਿ ਗੱਲ ਹੀ ਇਦਾਂ ਦੀ ਚੱਲ ਰਹੀ ਨਾ। ਮਾਤਾ ਵੀ ਕਹਿੰਦੀ ਵੀ ਬਾਹਰ ਨਹੀਂ ਜਾਣਾ, ਇੱਥੇ ਰਹਿਣਾ। ਮੈਂ ਕਹਿ ਰਿਹਾ ਉਹੀ ਪੰਕਤੀ ਆ ਰਹੀ ਹੈ, ਫਿਰ ਵਾਰ-ਵਾਰ ਸਤਿਗੁਰੂ ਤੇਰੇ ਤੋਂ ਬਲਿਹਾਰ ਜਾਂਦੇ ਹਾਂ। ਮਾਲਿਕ ਲੀਲਾ ਕਰਤ ਸਭ ਅਲਖ ਜੋ ਰੱਖਿਆ ਨਾ ਜਾਏ। ਇਹ ਸਾਧ ਸੰਗਤ ਪਿਆਰ ਹੁੰਦਾ, ਔਰਾ ਹੁੰਦਾ ਕਿਸੇ ਦਾ। ਇਹ ਵੀ ਮੁਹੱਬਤ ਹੈ ਨਾ। ਕਿਉਂਕਿ ਮੇਰੇ ਵਰਗਾ ਤਨਖਾਹੀਆ ਕੰਮ ਕਰੂ ਤੇ ਉੱਥੇ ਰਸ ਨਹੀਂ ਪੈਂਦਾ। ਜਦੋਂ ਬੰਦਾ ਨਿਸ਼ਕਾਮ ਬਹਿੰਦਾ ਨਾ, ਉਹਦਾ ਰਸ ਵੀ ਹੁੰਦਾ, ਉਹਦੀ ਹੋਰ ਸੇਵਾ ਹੁੰਦੀ। ਮੈਂ ਤਾਂ ਘੜੀ ਵੇਖਣੀ, ਤੁਸੀਂ ਪਿਆਰ ਵਾਲੇ ਹੋ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਕੀ ਕੀਤਾ, ਦਹੀਂ ਬਣਾਇਆ ਤੇ ਦਹੀਂ ਦੇ ਨਾਲ ਚੌਲ ਤਿਆਰ ਕੀਤੇ। ਔਰ ਕਿਹਦੇ ਮਾਤਾ ਜੀ ਕਹਿਣ ਲੱਗੇ, ਅੱਜ ਮੈਂ ਦਹੀਂ ਤੇ ਚੌਲ ਛਕਾਉਣੇ ਆਪਣੇ ਨਾਨਕ ਪਿਆਰੇ ਨੂੰ। ਫਿਰ ਮਾਤਾ ਜੀ ਨੇ ਛਕਾਏ, ਥੋੜ੍ਹੇ ਜਿਹੇ ਖਾ ਕੇ ਤੇ ਕੱਪੜਿਆਂ ਤੇ ਰੋੜ ਕੇ ਮਹਾਰਾਜ ਫੇਰ ਭੱਜ ਗਿਆ। ਆਖੋ ਵਾਹਿਗੁਰੂ। ਇਹ ਲੀਲਾ ਚੱਲ ਰਹੀ, ਬਾਲ ਲੀਲਾ ਗੁਰੂ ਨਾਨਕ ਦੀ। ਫਿਰ ਕਹਿੰਦੇ ਭੱਜ ਕੇ ਜਦੋਂ ਭੱਜ ਗਏ ਤੇ ਮਾਤਾ ਜੀ ਕਹਿੰਦੇ ਉਹਨੇ ਚਿਰ ਮਹਿਤਾ ਕਾਲੂ ਜੀ ਆ ਗਏ, ਕਹਿੰਦੇ ਜੀ ਫੜਿਓ 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 ਇਹਨੂੰ ਬੂਹੇ 'ਚੋਂ, ਅੱਜ ਤਾਂ ਚੌਲ ਪੂਰੇ ਖਵਾਉਣੇ ਅੱਜ। ਆਖੋ ਸਤਿਨਾਮ। ਤੋ ਇਸ ਕਰਕੇ ਸੰਗਤੇ ਯਾਦਾਂ ਹੀ ਹੈ, ਜਦੋਂ ਮਾਂ ਕੋਲੇ ਬੱਚਾ ਹੁੰਦਾ ਇੱਦਾਂ ਭੱਜ ਭੱਜ ਮਗਰ ਧੱਕੇ ਨਾ ਖਵਾਉਂਦੀਆਂ। ਤੇ ਜਦੋਂ ਤੁਰ ਜਾਂਦੀਆਂ ਜਾਂ ਬੱਚੇ ਬਾਹਰ ਚੱਲ ਜਾਂਦੇ, ਮੁੜ ਕੇ ਉੱਧਰੋਂ ਬ੍ਰੈਡ ਮੂੰਹ 'ਚ ਪਾਇਆ ਹੁੰਦਾ ਤੇ ਅੱਖਾਂ 'ਚ ਹੰਝੂ ਹੁੰਦੇ ਤੇ ਵੀਡੀਓ ਕਾਲ ਚੱਲਦੀ ਹੁੰਦੀ ਹੈ ਤੇ ਪਤਾ ਕਲੇਜਾ ਫੜਦਾ। ਕਹਿੰਦੇ ਮਾਂ ਉਦੋਂ ਤੇ ਪਰੌਂਠੇ ਵੀ ਚੁੱਕ ਚੁੱਕ ਮਾਰਦੇ ਸੀ ਤੇਰੀਆਂ ਚੀਜ਼ਾਂ ਨੂੰ ਧੱਕੇ, ਅੱਜ ਬੜਾ ਤਰਸੇ ਪਏ ਤੇਰੇ ਹੱਥਾਂ ਦੀ ਰੋਟੀ ਖਾਣ ਨੂੰ। ਕਈਆਂ ਨੂੰ ਤੇ ਮਿਲ ਜਾਂਦੀ ਹੈ, ਬੱਚੇ ਮਗਰ ਸੱਦ ਲੈਂਦੇ। ਕਈ ਵਿਚਾਰਿਆਂ ਦਾ ਵੀਜ਼ਾ ਨਹੀਂ ਲੱਗਦਾ ਤਾਂ ਕਈ ਵਿਚਾਰੇ ਅਧੂਰੇ ਵੀ ਰਹਿ ਜਾਂਦੇ, ਕਿਉਂਕਿ ਵਕਤ ਦਾ ਨਹੀਂ ਨਾ ਪਤਾ ਜ਼ਿੰਦਗੀ ਕਦੋਂ ਜਵਾਬ ਦੇ ਜਾਣੀ। ਤੇ ਮੋਹ ਦੇ ਵਜੇ ਆਪਾਂ ਬੈਠੇ ਹਾਂ। ਗੁਰੂ ਅਮਰਦਾਸ ਆਨੰਦ ਸਾਹਿਬ ਦੇ ਵਿੱਚ ਕਹਿੰਦੇ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਮਾਰੇ ਗੁਰੂ ਅਮਰਦਾਸ ਕਹਿੰਦੇ, ਮੈਂ ਬਾਰੇ ਜਾਵਾਂ ਰੱਬਾ ਤੇ ਤੋਂ। ਜੇ ਮੋਹ ਨਾ ਹੁੰਦਾ ਤੇ ਰਿਸ਼ਤੇ ਖਤਮ ਹੋ ਜਾਣੇ ਸੀ। ਮਾਂ ਨੇ ਬੱਚੇ ਨੂੰ ਪਾਲਣਾ ਹੀ ਨਹੀਂ ਸੀ, ਭੈਣਾਂ ਭਰਾਵਾਂ ਨੇ ਬੁਲਾਉਣਾ ਹੀ ਨਹੀਂ ਸੀ ਕਿਸੇ ਨੂੰ। ਇੱਕ ਮੋਹ ਹੀ ਹੈ, ਮੋਹ ਦੀਆਂ ਤੰਦਾਂ ਦਾ ਵੱਜਿਆ ਬੰਦਾ ਨੌਕਰੀ ਕਰਦਾ ਵੀ ਪਿੱਛੇ ਮੇਰੇ ਬੱਚੇ ਹੈ, ਆਪਣੀ ਜ਼ਿੰਦਗੀ ਗਾਲ ਦਿੰਦਾ। ਇੱਕ ਮੋਹ ਹੀ ਹੈ। ਨਹੀਂ ਤੇ ਬੰਦਾ ਆਖੇ ਵੀ ਮੈਂ ਕਿਹੜਾ ਆਇਆ ਨਾਲ, ਇਕੱਲੇ ਆਏ ਇਕੱਲੇ ਜਾਣਾ। ਕਈ ਕਰਦੇ ਹੀ ਹੈ ਇੱਦਾਂ, ਉਹ ਛੱਡ ਦਿੰਦੇ ਸਾਰੇ ਆਪਣੇ ਭੈਣ ਭਰਾ, ਉਹ ਜੋ ਕਮਾਉਂਦੇ ਨਸ਼ੇ ਕਰ ਲਏ, ਘਰ ਵੇਚਤੇ। ਕਈਆਂ ਨੇ ਇੱਦਾਂ ਹੀ ਬੇਪਰਵਾਹੀ ਕੀਤੀ, ਸਭ ਕੁਝ ਉਡਾ ਦਿੱਤਾ। ਤੇ ਜਿਹੜੇ ਪ੍ਰਵਾਹ ਦੇ ਵਿੱਚ ਨੇ ਇਸ ਤਰ੍ਹਾਂ ਕਹਿੰਦੇ ਹਨ। ਫਿਰ ਮਾਤਾ ਜੀ ਕਹਿੰਦੇ ਭੱਜਿਓ। ਤੇ ਮਹਿਤਾ ਕਾਲੂ ਬਾਪੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਭੱਜੇ ਜਾ ਰਹੇ ਤੇ ਉਹਨਾਂ ਨੂੰ ਚੁੱਕ ਕੇ ਲਿਆਉਣਾ ਕੀਤਾ। ਸੁਖ ਕੋ ਬਦਨ ਨਿਹਾਰੈ। ਕਹਿੰਦੇ ਮਾਰੇ ਸੱਚੇ ਪਾਤਸ਼ਾਹ ਜੀ ਦਾ ਬਹੁਤ ਸੋਹਣਾ ਮੁਖੜਾ ਹੈ। ਤੇ ਮਹਿਤਾ ਕਾਲੂ ਜੀ, ਜ਼ਰੂਰੀ ਨਹੀਂ ਵੀ ਚਪੇੜਾਂ ਹੀ ਮਾਰਨ ਵਾਲੀ ਕਥਾ ਸੁਣਾਈ ਜਾਣੀ, ਕਿਤੇ ਪਿਆਰ ਵਾਲੀ ਵੀ ਆ ਗਈ ਹੈ। ਅਸੀਂ ਇੱਕੋ ਹੀ ਚੀਜ਼ ਲੈ ਲੈਂਦੇ ਜੀ, ਚਪੇੜਾਂ ਮਾਰਦੇ ਰਹੇ ਬਾਪੂ ਜੀ। ਇੱਥੇ ਹੁਣ ਕਵੀ ਸੰਤੋਖ ਸਿੰਘ ਕਹਿੰਦੇ, ਗੁਰੂ ਨਾਨਕ ਸਾਹਿਬ ਦੇ ਮੁੱਖ ਤੇ ਚੌਲ ਤੇ ਦਹੀਂ ਲੱਗਾ। ਇਹ ਮਹਾਰਾਜ ਦਾ ਮੁੱਖ ਬੜਾ ਸੋਹਣਾ। ਤੇ ਬਾਪੂ ਮਹਿਤਾ ਕਾਲੂ ਜੀ ਨੇ ਆਪਣੇ ਹੱਥ ਦੇ ਨਾਲ ਆਪਣੇ ਪਿਆਰੇ ਪੁੱਤਰ ਦਾ ਮੁੱਖ ਸਾਫ਼ ਕੀਤਾ ਹੈ। ਜਨਕ ਅੰਕ ਕੋ ਜਾਵੈ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਫਿਰ ਆ ਕੇ ਜੇ ਬੈਠੇ ਨੇ ਤੇ ਮਹਾਰਾਜ ਸਾਹਿਬ ਜੀ ਨੇ ਕੀ ਕੀਤਾ, ਗੋਦੀ 'ਚੋਂ ਉੱਠ ਕੇ ਮਹਿਤਾ ਕਾਲੂ ਬਾਪੂ ਦੀ ਤੇ ਫੇਰ ਦੌੜ ਗਏ ਹਨ। ਬਾਲਨ ਸੋ ਖੇਡ ਮਚਾਵੈ। ਕਹਿੰਦੇ ਫੇਰ ਜਾ ਕੇ ਬੱਚਿਆਂ ਦੇ ਨਾਲ ਖੇਡਣ ਲੱਗ ਪੈਂਦੇ ਹਨ। ਸੁੰਦਰਤਾ ਮੰਦਰ ਮੁਖ ਹੀਰੇ। ਕਹਿੰਦੇ ਮਹਾਰਾਜ ਸਾਹਿਬ ਦਾ ਮੁੱਖ ਹੀ ਇੰਨਾ ਸੋਹਣਾ ਹੈ। ਜੇ ਮਹਾਰਾਜ ਬੱਚਿਆਂ ਕੋਲੋਂ ਚਲ ਜਾਂਦੇ ਤੇ ਬੱਚੇ ਰੋਣ ਲੱਗ ਪੈਂਦੇ ਹੈ। ਜੇ ਮਹਾਰਾਜ ਮਾਂ ਪਿਓ ਕੋਲ ਚਲ ਜਾਂਦੇ ਤੇ ਉਹ ਰੋਣ ਲੱਗ ਪੈਂਦਾ। ਕਈ ਰੂਹਾਂ ਹੀ ਇੱਦਾਂ ਦੀਆਂ ਹੁੰਦੀਆਂ, ਉਹਨਾਂ ਦਾ ਔਰਾ ਹੀ ਇੱਦਾਂ ਦਾ ਹੁੰਦਾ ਹੈ ਵੀ ਉਹ ਜਿੱਥੇ ਚਲ ਜਾਣ ਉੱਥੇ ਪਿਆਰ ਪੈ ਜਾਂਦਾ। ਉਹ ਫਿਰ ਨਾ ਦਿਸਣ ਤਾਂ ਦਿਲ ਨਹੀਂ ਲੱਗਦਾ।
ਆਪਣਾ ਸੰਗਤ ਨੇ ਪ੍ਰੇਮ ਕੋਈ ਦਿਸੇ ਨਾ ਆਖੀਦਾ ਤੁਸੀਂ ਕਿੱਥੇ ਚੱਲ ਜਾਂਦੇ, ਕਿਤੇ ਆ ਜਾਇਆ ਕਰੋ ਵੀ, ਇੱਦਾਂ ਨਾ ਕਰਿਆ ਕਰੋ। ਇਹ ਪ੍ਰੇਮ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹੈ ਵੀ ਜੇ ਗਲੀ ਵਿੱਚ ਭੈਣ ਭਰਾ ਨਗਰ ਨਿਵਾਸੀ ਸੰਗਤਾਂ ਕੋ ਜਾਂਦੇ ਆ ਉਹ ਖੁਸ਼ ਹੋ ਜਾਂਦੇ, ਇਹ ਮਹਾਰਾਜ ਜਿਹੜੇ ਪਾਸੇ ਜਾਂਦੇ ਖੁਸ਼ੀਆਂ ਵੰਡੀ ਜਾਂਦੇ ਆ, ਤੇ ਜਿੱਥੋਂ ਚੱਲ ਜਾਂਦੇ ਉੱਥੇ ਮਗਰ ਫਿਰ ਦਰਦ ਪੈਦਾ ਹੋ ਜਾਂਦਾ ਹੈ। ਇੱਕ ਉਹ ਹੈ जो चलते हैं जमाने के साथ साथ, एक वो हैं जो जमाने को बदल देते हैं। कई रूहां इदां दियां हुंदियां उन्हां दा विछोड़ा झलना औखा है। कहंदे जिन्ने भी नगर दे नर नारियां हुंदे घेर घेर के महाराज साहब नूं चुकना चाहुंदे आ, महाराज नाल लाड करना चाहुंदे हन। कहंदे महाराज नूं आप जान जान के बुलाउंदे आ। किसी ने आख्या क्यों सताउने हो, कई बारी अपने घर च बच्चे हो ना तो आपां कहीदा बस करो खिज गया बच्चा, आपां कहने नहीं कुछ नहीं हुंदा, थोड़ा जिहा मजा आउंदा, इहनूं होर छेड़िए। तो इत्थे कवि जी कहंदे महाराज साहब जी खिजण वाले तां है नहीं, वो तो खिजिया होयां नूं सुख देण आए सी धरती ते। ਜਿਹੜਾ भी महाराज साहब जी नूं जान जान के छेड़ के बुलाउंदा, क्योंकि ਜਦੋਂ गुरु नानक साहब ਤੋਤਲੀਆਂ ਗੱਲਾਂ ਕਰਦੇ ਤੇ ਜਿਹਦੇ ਕੰਨਾਂ 'ਚ ਪੈਂਦੀਆਂ ਉਹਦਾ ਅੰਦਰ ਠਰ ਜਾਂਦਾ, ਉਹਦਾ ਅੰਦਰ ਐ ਠੰਡ ਪੈ ਜਾਂਦੀ। ਅੱਜ ਵੀ ਜੇ ਕਿਸੇ ਨੇ ਬਾਬੇ ਨਾਨਕ ਦੇ ਬੋਲ ਸੁਣਨੇ ਨਾ, ਤੁਸੀਂ ਤਰਸੇ ਪਏ ਮੈਨੂੰ ਪਤਾ ਬੋਲ ਸੁਣਨ ਨੂੰ, ਤੇ ਉਹ ਬੋਲ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਦੀ ਗੋਦੀ 'ਚ। ਉਹ ਵੱਖਰੀ ਗੱਲ ਹੈ ਵੀ ਜਦੋਂ ਜਪਜੀ ਸਾਹਿਬ ਅਖੰਡ ਪਾਠ ਆਰੰਭ ਹੁੰਦਾ ਸ਼ੁਰੂ ਹੁੰਦਾ ਨਾ, ਤੇ ਇੱਕੋ ਹੀ ਸੋਚ ਹੁੰਦੀ ਕਿ ਕਿਹੜੇ ਵੇਲੇ ਬਾਬਾ ਆਖੇ ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਤੇ ਲਾਗੇ ਬੈਠਾ ਹੁੰਦਾ ਸਾਹਿਬ ਸਿੰਘ ਅਰਗਾ ਤੇ ਕਹਿੰਦੇ ਵਾਹਿਗੁਰੂ ਭੋਗ ਲਾਓ ਭੋਗ। ਪੁਰਾਣਾ ਸਮਾਂ ਸੀ ਟਕਸਾਲ ਦੇ ਮਹਾਂਪੁਰਖ ਕਹਿਣਾ ਜਪਜੀ ਸਾਹਿਬ ਸੰਪੂਰਨ ਪੜ੍ਹ ਕੇ ਤੇ ਫਿਰ ਭੋਗ ਲਾਉਣਾ, ਤੇ ਮੁੜ ਕੇ ਫਿਰ ਆਪਾਂ ਮਰਜ਼ਾਦਾ ਆਪਦੀਆਂ ਹੀ ਚਲਾ ਲਈਆਂ ਜੀ। ਫਿਰ 5 ਪੌੜੀਆਂ ਤਾਂ ਕਿਤੇ ਵੀ ਨਹੀਂ ਲਿਖਿਆ ਜੇ ਵੇਖਿਆ ਜਾਵੇ, ਤੇ ਮਰਜ਼ਾਦਾ ਨਹੀਂ ਹੈਗੀ ਇਹ। ਆਪਾਂ ਸ਼ੈਤਾਨ ਬੜੇ ਆਪਣਾ ਟਾਈਮ ਬਚਾਉਣ ਲਈ 5 ਪੌੜੀਆਂ ਕਰਤੀਆਂ ਸਾਰੀ ਚੀਜ਼ ਦੀਆਂ, ਵੀ 5 ਜਪਜੀ ਸਾਹਿਬ ਦੀਆਂ ਪੜ੍ਹਤੀਆਂ, 5 ਆਨੰਦ ਸਾਹਿਬ ਦੀਆਂ। ਵੈਸੇ ਹੈ ਨਹੀਂ ਬਾਣੀ ਨੂੰ ਆਪਣੀ ਮਰਜ਼ੀ ਨਾਲ ਕੱਟ ਲੈਣਾ, ਇਹ ਤਾਂ ਆਪਾਂ ਵਕਤ ਵਿਚਾਰੇ ਸੋ ਬੰਦਾ ਹੋਏ ਵੀ ਉੱਦਾਂ ਸਾਰੇ ਨੂੰ ਲੱਗਣੇ 40 ਮਿੰਟ, ਤੇ ਉੱਦਾਂ 5 'ਚ ਹੀ ਪੜ੍ਹੀਆਂ ਜਾਣੀਆਂ। ਤੇ ਸ਼ੈਤਾਨ ਬਹੁਤ ਨਾ, ਇਹ ਗੁਰੂ ਵੱਲੋਂ ਬਹੁਤ ਸ਼ੈਤਾਨ ਆ। ਉੱਥੇ ਉੱਦਾਂ ਨਹੀਂ ਜਿੱਦਾਂ ਪੈਲਸ ਵਿੱਚ ਵਜਾ ਦਿੰਦੇ 4, ਤੇ ਜਦੋਂ 4 ਵਜੇ ਆਉਂਦੇ ਨਾ, ਆਉਂਦਿਆਂ ਕਹਿਣਗੇ ਬਾਬਾ ਜੀ ਫੱਟੇ ਚੱਕ ਦਿਓ, ਕੱਲ ਲੈਂਟਰ ਪੈਣ ਲੱਗਾ ਵੀ ਉੱਥੋਂ ਮਹਾਂ ਹਿੱਲ ਕੇ ਆਏ 3 ਵਜੇ ਪੈਲਸ 'ਚੋਂ ਰੱਜ ਕੇ, ਤੇ ਇੱਥੇ ਜੇ ਬੂਹੇ 'ਚ ਹੀ ਆਏ ਗ੍ਰੰਥੀ ਸਾਹਿਬ ਜੀ ਬਸ ਮਿੰਟ 10 ਲਾਇਓ ਲੇਟ ਬੜੇ। ਤੇ ਮੈਂ ਕਿਹਾ ਮੈਂ ਕੀਤਾ, 3 ਵਾਰਾਂ ਦੇਗ ਤੱਤੀ ਕਰ ਲਈ, ਤੜਕੇ 2:30 ਵਜੇ ਦੇ ਰਾਗੀ ਬੈਠੇ ਅਸੀਂ ਬੈਠੇ ਹੈ, ਤੇ ਮੁੜ ਕੇ ਸਾਰਾ ਕੁਝ ਹੋ ਜਾਣਾ, ਤੁਹਾਡੇ ਮਗਰ ਜਾਣਾ ਪੈਣਾ ਗੱਡੀ ਕੋ, ਵਾਹਿਗੁਰੂ ਜੀ ਕੋਈ ਸੇਵਾ ਦੇ ਦਿਓ। ਵਿਚਾਰੇ ਸਵੇਰ ਦੇ ਬੈਠੇ, ਤੇ ਫਿਰ ਕਹਿਣਾ ਜੀ ਸੇਵਾ ਤਨਖਾਹ ਨਹੀਂ ਲੈਂਦੇ ਤੁਸੀਂ? ਮੈਂ ਕਿਹਾ ਵੀ ਰੱਸੀ ਹੈਗੀ ਦਫਾ ਦੇ ਦਿਓ। ਫਿਰ ਕਿਤੇ ਵਿਚਾਰੇ ਨੇ ਬੜੂਆ ਕੱਢਣਾ, ਤੇ ਮਹਾਂ ਹੀ ਹੱਥ ਹੁੱਥ ਕੰਬਦਿਆਂ ਤੋਂ ਕਿਤੇ 150 ਦੇ ਕੇ ਜਾਣੇ। ਇੰਨਾ ਬੁਰਾ ਹਾਲ ਹੋਇਆ ਪਿਆ ਸਾਧ ਸੰਗਤ ਜੀ, ਬਾਤ ਸੱਚੀ ਹੈ। ਰੰਗੀਆਂ ਰੂਹਾਂ ਵੀ ਹੈਗੀਆਂ ਵਾ ਜਿਹੜੇ 10:30 ਵਜੇ ਆ ਕੇ ਕਹਿੰਦੇ ਬਾਬਾ ਜੀ ਪਹਿਲਾ ਆਨੰਦ ਕਾਰਜ ਹੈ। ਐ ਪ੍ਰੇਮ ਨਾਲ ਬਾਣੀ ਸੁਣ ਕੇ ਅਗਲੇ ਕਹਿੰਦੇ ਜੀ ਕੀ ਸੇਵਾ। ਜੇ ਉਹਨਾਂ ਨੂੰ 1100 ਕਿਹਾ, ਪਤਾ ਹੀ ਉਦੋਂ ਲੱਗਦਾ ਜਦੋਂ ਬਾਅਦ 'ਚ ਕੁੜਤੇ 'ਚੋਂ ਬੰਦਾ ਵੇਂਦਾ ਵੀ ਇਹ ਕੀ 5100 ਨਿਕਲ ਆਇਆ। ਤੇ ਕਈ ਇੱਦਾਂ ਦੇ ਵੀ ਜਿਹੜੇ ਉਸੇ ਵੇਲੇ ਕਹਿੰਦੇ ਲਿਖ ਕੇ ਦਿਓ ਵੀ ਇਹਨੂੰ, ਇਹ ਤਾਂ ਬਹੁਤ ਭੁੱਖ ਵਰਤਾਈ। ਇਹ ਖੇਡਾਂ ਮੈਂ ਪਿਆਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੀ ਮਹਾਰਾਜ ਸਾਹਿਬ ਕਿਰਪਾ ਕਰੇ, ਕਿਤੇ ਕਾਲੇ ਨਹੀਂ ਪੈਂਦੇ, ਇੱਥੇ ਆ ਕੇ ਪੈ ਜਾਈਦਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਸੁਣ ਲਈ ਪਿੰਡ ਦੇ ਨਰ ਨਾਰੀਆਂ। ਕਵੀ ਜੀ ਕਹਿੰਦੇ ਮਹਾਰਾਜ ਨੂੰ ਹੋਰ ਬੁਲਾਉਂਦੇ ਐ, ਸਤਿਗੁਰੂ ਦੇ ਬੋਲ ਜਦੋਂ ਕੰਨਾਂ 'ਚ ਪੈਂਦੇ ਅੰਦਰ ਠਰ ਜਾਂਦਾ। ਔਰ ਕਹਿੰਦੇ ਮਹਾਰਾਜ ਦੇ ਮਿੱਠੇ ਮਿੱਠੇ ਬੋਲ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸ਼ਹਿਦ ਵਰਗੇ ਹਨ। ਜਿੱਦਾਂ ਕੋਈ ਜ਼ੁਬਾਨ 'ਤੇ ਸ਼ਹਿਦ ਲਾਵੇ ਤੇ ਆਨੰਦ ਆਉਂਦਾ ਹੈ ਨਾ, ਇੱਦਾਂ ਕਹਿੰਦੇ ਗੁਰੂ ਨਾਨਕ ਦੇ ਬੋਲਾਂ 'ਚ ਆਨੰਦ ਹੀ ਆਨੰਦ ਹੈ। ਮੇਰਾ ਤਾਂ ਜੀ ਕਰਦਾ ਕਥਾ ਚੱਲੀ ਜਾਵੇ, ਰਸ ਆ ਰਿਹਾ, ਸਮਾਂ ਸੰਪੂਰਨ ਹੋ ਚੁੱਕਾ ਹੈ। ਕੱਲ੍ਹ ਦੇ ਦੀਵਾਨ ਵਿੱਚ ਅੱਗੇ ਚੱਲਾਂਗੇ। ਮਹਾਰਾਜ ਦੀ ਕਥਾ 'ਚ ਇੰਨਾ ਰਸ ਹੈ, ਤੇ ਜਿਹੜੇ ਮਹਾਰਾਜ ਨਾਲ ਖੇਡਦੇ ਹੋਣਗੇ ਉਹਨਾਂ ਦਾ ਕੀ ਬਣਦਾ ਹੋਏਗਾ। ਆਪਣਾ ਹੀ ਨਹੀਂ ਦਿਲ ਕਰਦਾ ਹਟਣ ਨੂੰ ਮਹਾਰਾਜ ਸਾਹਿਬ ਦੇ ਬੋਲ ਨੂੰ। ਤੇ ਜਿਹੜੇ ਪ੍ਰਤੱਖ ਰੂਪ ਵਿੱਚ ਬਾਬੇ ਦੇ ਕੋਲ ਖੇਡਦੇ ਜਾਂ ਮਹਾਰਾਜ ਨੂੰ ਖਿਡਾਉਂਦੇ, ਭਾਵੇਂ ਉਹ ਬਾਲ ਲੀਲਾ ਸੀ, ਉਹ ਤਾਂ ਸਾਰੀ ਦੁਨੀਆ ਨੂੰ ਖੇਡੇ ਲਾ ਕੇ ਬੈਠਾ। ਜੀ ਜੰਤ ਸਭ ਤੇਰਾ
ਇਸ ਕਰਕੇ ਮਹਾਰਾਜ ਕਿਰਪਾ ਕਰੇ, ਰੱਜ ਰੱਜ ਕੇ ਬਾਣੀ ਪੜ੍ਹਿਆ ਕਰੋ, ਕਦੇ ਵੀ ਕਾਹਲੀ ਨਾ ਪਿਆ ਕਰੋ ਗੁਰੂ ਘਰ ਦੇ ਵਿੱਚ। ਆਪ ਪ੍ਰੇਮ ਨਾਲ ਕਹਿ ਦਿਆ ਕਰੋ ਕਿ ਭਾਈ ਸਾਹਿਬ ਕੋਈ ਕਾਹਲੀ ਨਹੀਂ, ਪ੍ਰੇਮ ਨਾ ਕਰੋ ਕਾਰਜ ਜਿਹੜਾ ਵੀ ਕਰਨਾ, ਰਸ ਲਓ, ਕਾਹਲੀ ਨੇ ਖਾ ਲਿਆ ਆਪਾਂ ਨੂੰ। ਤੋ ਮਹਾਰਾਜ ਸਾਹਿਬ ਕਿਰਪਾ ਕਰਨ, ਦਾਸ ਤੋਂ ਕਥਾ ਕਰਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਬੱਚੇ ਆ, ਗੁਰੂ ਕੀ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਜੋਗ ਨੇ, ਕਰਿਓ ਕਿਰਪਾ ਜੀ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, 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 ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਵਿਸਾਰਦੀ ਪਰ ਬਾਬੇ ਨੂੰ ਨਾ ਵਿਸਾਰੀ। ਇਹਦੇ ਬਿਨਾ ਤੇਰਾ ਸਾਥੀ ਕੋਈ ਨਹੀਂ ਬਣਨਾ, ਇਹਨੇ ਅੰਤ ਸਮੇਂ ਤੇਰੇ ਨਾਲ ਨਿਭਣਾ ਹੈ। ਆਓ ਉਸ ਬਾਪੂ ਦੇ ਬੋਲ ਆਪਾਂ ਕਥਾ ਰਾਹੀਂ ਸਾਂਝੇ ਕੀਤੇ, ਹੁਣ ਕੀਰਤਨ ਰਾਹੀਂ ਸਰਵਣ ਕਰੀਏ। ਬਾਬੇ ਦੇ ਮਿੱਠੇ ਬੋਲ ਗਾਇਨ ਰਾਗ ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਹੋ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਿ ਸ਼੍ਰੀ